ਵਾਹਿਗੁਰੂ। ਧੰਨ ਧੰਨ ਪਰਮ ਪਿਤਾ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਓ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਰੀ ਹੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਨਵਾਂ ਰਾਹ ਦਰਸਾਇਆ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਧੰਨ ਮਾਤਾ ਗੰਗਾ ਜੀ ਦੇ ਕੁੱਖੋਂ ਬਾਣੀ ਦੇ ਬੋਹਿ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਪੈਦਾ ਹੋਏ, ਉਹਨਾਂ ਦਾ ਪ੍ਰਕਾਸ਼ ਹੋਇਆ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਨੇ ਜੋ ਸਿੱਖ ਕੌਮ ਨੂੰ ਇੱਕ ਰਾਹ ਦਰਸਾਇਆ, ਇੱਕ ਸਿੱਖ ਕੌਮ ਨੂੰ ਨਵੀਂ ਸੇਧ ਦਿੱਤੀ। ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਤੱਕ ਪੀਰੀ ਚੱਲ ਰਹੀ ਸੀ। ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਲੰਬੀ ਸੋਚ ਤੇ ਵਿਚਾਰ ਤੋਂ ਬਾਅਦ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਗੁਰੂ ਸਾਹਿਬ ਜੀ ਦਾ ਮਨੋਰਥ ਮੈਂ ਟੂਕ ਮਾਤਰ ਹੀ ਕਵਾਂਗਾ, ਕਿਉਂਕਿ ਇਨਸਾਨ ਦੇ ਜੀਵਨ ਦੇ 2 ਪਲ ਹਨ, 2 ਪਹਿਲੂ ਹਨ। ਇੱਕ ਉਸ ਦਾ ਧਾਰਮਿਕ ਹੋਣਾ, ਇੱਕ ਉਸ ਦੇ ਅੰਦਰ ਦੀ ਦੁਨੀਆ ਹੈ, ਇੱਕ ਉਸ ਦੇ ਬਾਹਰ ਦੀ ਦੁਨੀਆ ਹੈ। ਜੇਕਰ ਅੰਦਰ ਫਕੀਰੀ ਹੈ ਲੇਕਿਨ ਬਾਹਰ ਦਾ ਜੀਵਨ ਨਰਕ ਬਣਿਆ ਹੋਇਆ ਹੈ, ਤਾਂ ਉਹ ਅੰਦਰ ਦੀ ਫਕੀਰੀ ਕਿਸੇ ਕੰਮ ਦੀ ਨਹੀਂ, ਕਿਉਂਕਿ ਉਸ ਫਕੀਰੀ ਦਾ, ਉਹ ਬਾਹਰੀ ਅਵਸਥਾ ਉਸ ਫਕੀਰੀ ਦਾ ਆਨੰਦ ਨਹੀਂ ਲੈਣ ਦੇਗੀ। ਔਰ ਅਗਰ ਸਾਡਾ ਬਾਹਰੀ ਜੀਵਨ ਹੈ, ਸਾਡੇ ਕੋਲ ਧਨ ਦੌਲਤ ਹੈ, ਸਭ ਕੁਝ ਹੈ, ਸਾਡਾ ਬਾਹਰੀ ਜੀਵਨ ਹੈ, ਅਗਰ ਅੰਦਰ ਦਾ ਜੀਵਨ ਨਹੀਂ ਹੈ, ਅੰਦਰ ਦਾ ਜੀਵਨ ਨਰਕ ਬਣਿਆ ਹੋਇਆ ਹੈ, ਸਾਡੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ, ਤੇ ਉਹ ਸਾਡਾ ਜਿਹੜਾ ਬਾਹਰ ਦਾ ਸੁੱਖ ਹੈ, ਜਿਹੜਾ ਸਾਡਾ ਬਾਹਰ ਦਾ ਸਵਰਗ ਹੈ, ਉਹ ਸਾਡੇ ਅੰਦਰ ਦੇ ਨਰਕ ਦੇ ਕਾਰਨ ਸਾਨੂੰ ਜੀਵਨ ਨਹੀਂ ਜਿਉਣ ਦੇਗਾ। ਗੁਰੂ ਸਾਹਿਬ ਦਾ ਮਨੋਰਥ ਇਹ ਸੀ ਕਿ ਅਗਰ ਅੰਦਰ ਦੀ ਫਕੀਰੀ ਦਾ ਆਨੰਦ ਲੈਣਾ ਹੈ ਤਾਂ ਇਨਸਾਨ ਦਾ ਬਾਹਰੀ ਜੀਵਨ ਹੋਣਾ ਜ਼ਰੂਰੀ ਹੈ। ਔਰ ਅਗਰ ਬਾਹਰੀ ਜੀਵਨ ਹੈ, ਅਗਰ ਸੱਤਾ ਹੈ, ਅਗਰ ਤਾਕਤ ਹੈ, ਉਹਦੇ ਵਿੱਚ ਫਕੀਰੀ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਫਕੀਰੀ ਤੋਂ ਬਿਨਾਂ ਅਗਰ ਸੱਤਾ ਆ ਜਾਏ ਤੇ ਹਿਟਲਰ ਜੈਸੇ ਲੋਕ ਪੈਦਾ ਹੁੰਦੇ ਹਨ। ਅਗਰ ਧਰਮ ਦੇ ਰਾਹ ਤੇ ਚੱਲ ਕੇ ਰਾਜ ਕਰਨਾ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਰਾਜ ਕਰਦੇ ਹਨ। ਇਸ ਲਈ ਗੁਰੂ ਸਾਹਿਬ ਨੇ ਇਹਨਾਂ ਦੋਨਾਂ ਦਾ ਸੁਮੇਲ ਕੀਤਾ ਸੀ ਕਿ ਇਕੱਲੀ ਫਕੀਰੀ ਅਗਰ ਸੱਤਾ ਨਹੀਂ ਹੈ, ਫਕੀਰੀ ਹੈ, ਉਹ ਕਿਸੇ ਕੰਮ ਦੀ ਨਹੀਂ। ਉਸ ਦਾ ਆਨੰਦ ਤੇ ਹੈ ਅੰਦਰ ਦਾ, ਪਰ ਬਾਹਰੀ ਦੁਨੀਆ ਜੋ ਹੈ ਉਸ ਨੂੰ ਜੀਣ ਨਹੀਂ ਦੇਗੀ। ਔਰ ਇਕੱਲਾ ਬਾਹਰ ਦਾ ਜੀਵਨ ਜੋ ਹੈ ਉਹ ਅੰਦਰਲੀ ਫਕੀਰੀ ਦਾ, ਉਸ ਦਾ ਆਨੰਦ ਨਹੀਂ ਲੈਣ ਦੇਗਾ। ਇਸ ਕਰਕੇ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਸਿੱਖ ਜਗਤ ਦੇ ਵਿੱਚ ਇੱਕ ਅਲੱਗ ਲੀ ਚਲਾਈ ਸੀ ਕਿ ਜੋ ਗੁਰੂ ਹੈ ਅਗਰ ਫਕੀਰ ਹੈ ਤੇ ਉਹਦੇ ਵਿੱਚ ਤਾਕਤ ਹੋਣੀ ਚਾਹੀਦੀ ਹੈ, ਉਹ ਲੜਾਈ ਦਾ ਸਾਹਮਣਾ ਵੀ ਕਰ ਸਕੇ, ਮੈਦਾਨ ਦੇ ਜੰਗ ਵਿੱਚ ਵੀ ਲੜ ਸਕੇ। ਅਗਰ ਉਹ ਮੈਦਾਨ ਦੇ ਵਿੱਚ ਜੰਗ ਦੇ ਵਿੱਚ ਖੜਾ ਹੈ ਤੇ ਉਸਦੇ ਕੋਲ ਇੰਨੀ ਦਇਆ ਹੋਣੀ ਚਾਹੀਦੀ ਹੈ ਕਿ ਦੁਸ਼ਮਣ ਦੇ ਉੱਤੇ ਵੀ ਦਇਆ ਕਰ ਸਕਦੇ। ਉਸਦੇ ਅੰਦਰ ਔਰ ਉਸਦੇ ਬਾਹਰ ਦੀ ਦੁਨੀਆ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਦੋਨੋਂ ਤਰ੍ਹਾਂ ਨਾਲ ਇੱਕ ਸਿੱਖ ਜਿਹਾ ਹੈ ਉਹ ਅਮੀਰ ਹੋਣਾ ਚਾਹੀਦਾ। ਇਹ ਗੁਰੂ ਸਾਹਿਬ ਦਾ ਮਨੋਰਥ ਸੀ। ਜ਼ਿੰਦਗੀ ਜੀਓ, ਗੁਰੂ ਸਾਹਿਬ ਨੇ ਕਿਹਾ ਅਗਰ ਤੁਸੀਂ ਚੱਲਦੇ ਹੋ ਤੇ ਤੁਹਾਡੇ ਕਾਰਨ ਕਿਸੇ ਦਾ ਜੀਵਨ ਬਰਬਾਦ ਨਾ ਹੋਵੇ, ਕਿਸੇ ਦੇ ਜੀਵਨ ਦੇ ਵਿੱਚ ਦਖਲ ਨਾ ਦਿਓ। ਔਰ ਅਗਰ ਕੋਈ ਚੜ੍ਹ ਕੇ ਆਉਂਦਾ ਹੈ
ਤੁਹਾਡੇ ਜੀਵਨ ਨੂੰ ਬਰਬਾਦ ਕਰਦਾ ਹੈ, ਉਸ ਦਾ ਸਾਹਮਣਾ ਕਰੋ। ਅਗਰ ਫਕੀਰੀ ਕਰਨੀ ਹੈ, ਸੱਤਾ ਕਰਨੀ ਹੈ, ਤੇ ਫਕੀਰੀ ਦੇ ਵਿੱਚ ਰਹਿ ਕੇ ਕਰਨੀ ਹੈ। ਇਸੇ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਜੋ ਸੀ ਉਹ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਬਣਵਾਇਆ ਸੀ। ਅਗਰ ਅਸੀਂ ਅਕਾਲ ਤਖਤ ਸਾਹਿਬ ਤੋਂ ਦੇਖਦੇ ਹਾਂ, ਸਾਨੂੰ ਹਰਿਮੰਦਰ ਸਾਹਿਬ ਨਜ਼ਰ ਆਉਂਦਾ ਹੈ। ਅਗਰ ਅਸੀਂ ਹਰਿਮੰਦਰ ਸਾਹਿਬ 'ਚ ਬੈਠੇ ਦੇਖਦੇ ਹਾਂ, ਸਾਨੂੰ ਅਕਾਲ ਤਖਤ ਨਜ਼ਰ ਨਹੀਂ ਆਉਂਦਾ। ਕਿ ਇਹ ਬੰਦੇ, ਅਗਰ ਤੂੰ ਰਾਜਨੀਤੀ ਕਰਨੀ ਹੈ ਤੇ ਤੇਰੀ ਨਜ਼ਰ ਦੇ ਵਿੱਚ ਧਰਮ ਹੋਣਾ ਚਾਹੀਦਾ ਹੈ, ਧਰਮ ਦੇ ਆਧਾਰ ਤੇ ਤੂੰ ਉਹ ਰਾਜ ਕਰੇ। ਲੇਕਿਨ ਅਗਰ ਧਰਮ ਦੇ ਵਿੱਚ ਬੈਠਾ ਹੋਇਆ ਹੈ ਤੇ ਉੱਥੇ ਰਾਜਨੀਤੀ ਦੀ ਜੋ ਗੱਲ ਹੈ ਉਹ ਕਰੇ, ਪਹਿਲਾਂ ਧਰਮ ਦੇ ਵਿੱਚ ਹੋਵੇ ਫਿਰ ਰਾਜਨੀਤੀ ਦੀ ਗੱਲ ਕਰੇ। ਇਸੇ ਲਈ ਹੀ ਇਹ ਗੁਰੂ ਸਾਹਿਬ ਦਾ ਮਨੋਰਥ ਸੀ। ਗੁਰੂ ਸਾਹਿਬ ਬਹੁਤ ਦਿਆਲੂ ਸਨ, ਉਹ ਬਹੁਤ ਮਹਾਬਲੀ ਸਨ। ਉਹਨਾਂ ਦਾ ਜੀਵਨ ਜੋ ਹੈ ਉਹ ਸਿੱਖ ਜਗਤ ਨੂੰ ਇੱਕ ਨਵਾਂ ਰਾਹ ਦੇ ਗਿਆ। ਉਹ ਫਕੀਰ ਦੇ ਹੱਥ ਵਿੱਚ ਤਲਵਾਰ ਫੜਾ ਗਿਆ ਔਰ ਤਲਵਾਰ ਦੇ ਹੱਥ ਵਿੱਚ ਇੱਕ ਫਕੀਰੀ ਦੇ ਗਿਆ ਕਿ ਇਹ ਦੋਨੋਂ ਹੈ ਜੋ ਇਕੱਠੀਆਂ ਚੱਲਣਗੀਆਂ, ਜਿਸ ਦੇ ਨਾਲ ਕਿਸੇ ਦੇ ਜੀਵਨ ਦਾ ਨਾਸ ਨਹੀਂ ਹੋਵੇਗਾ, ਜਿਸ ਦੇ ਨਾਲ ਕਦੇ ਅਨਰਥ ਨਹੀਂ ਹੋਵੇਗਾ। ਗੁਰੂ ਸਾਹਿਬ ਜੀ ਦਾ ਅੰਤਮ ਸਮਾਂ ਕੀਰਤਪੁਰ ਸਾਹਿਬ ਵਿੱਚ ਹੋਇਆ। ਹੁਣ ਜੋਤੀ ਜੋਤ ਕੀਰਤਪੁਰ ਸਾਹਿਬ ਵਿੱਚ ਸਮਾਏ। ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਜੋ ਉਪਦੇਸ਼ ਲੈਣਾ ਚਾਹੀਦਾ ਹੈ ਕਿ ਸਾਡੀ ਅੰਦਰ ਔਰ ਸਾਡੀ ਬਾਹਰ ਦੀ ਦੁਨੀਆ ਜੋ ਹੈ, ਦੋਨਾਂ ਦੇ ਵਿੱਚ ਖੇੜਾ ਹੋਣਾ ਚਾਹੀਦਾ ਹੈ। ਔਰ ਅਗਰ ਸੱਤਾ ਜੀ ਦੇ ਕੋਲ ਹੈ, ਅਗਰ ਉਹਦੇ ਕੋਲ ਫਕੀਰੀ ਹੋਵੇ ਤੇ ਉਸ ਦਾ ਬਹੁਤ ਜ਼ਿਆਦਾ ਮਤਲਬ ਹੈ। ਔਰ ਅਗਰ ਫਕੀਰੀ ਕਰਨੀ ਹੈ ਤੇ ਟਾਕਰੇ ਦਾ ਸਾਹਮਣਾ ਵੀ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਬਾਰੇ ਜਿਤਨੇ ਵੀ ਸ਼ਬਦ ਕਹੇ ਜਾਣ ਉਹ ਘੱਟ ਹਨ। ਅਸੀਂ ਸਿਰਫ ਉਹਨਾਂ ਨੂੰ ਸਦ ਨਮਸਕਾਰ ਕਰ ਸਕਦੇ ਹਾਂ। ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਇੱਕ ਗੁਰਸਿੱਖ ਦਾ ਜੀਵਨ ਕੀ ਹੋਣਾ ਚਾਹੀਦਾ ਹੈ, ਉਹ ਅਸੀਂ ਸੇਧ ਲੈ ਕੇ ਆਪਣੇ ਜੀਵਨ ਨੂੰ ਗੁਰਸਿੱਖੀ ਦੇ ਵਿੱਚ ਢਾਲ ਸਕਦੇ ਹਾਂ। ਆਓ ਜਪਜੀ ਸਾਹਿਬ ਦੀ ਜੋ ਚੱਲ ਰਹੀ ਲੜੀਵਾਰ ਕਥਾ, ਗੁਰੂ ਸਾਹਿਬ ਜੀ 38ਵੀਂ ਪੌੜੀ ਦੇ ਵਿੱਚ ਸਾਨੂੰ ਜੋ ਸੇਧ ਦੇ ਰਹੇ ਹਨ। ਅੱਜ ਤੱਕ ਕਥਾ ਹੋਈ ਸੀ, ਅੱਜ ਤੱਕ ਦੀ ਕਥਾ ਹੈ ਜੋ ਅੱਜ ਪ੍ਰਾਰੰਭ ਹੋਏਗੀ। ਗੁਰੂ ਸਾਹਿਬ ਜੀ ਨੇ 38 ਪੌੜੀਆਂ ਦਾ ਸਾਰ ਸਾਨੂੰ ਦੇ ਦਿੱਤਾ ਹੈ। ਜੋ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਸਾਰ ਦਿੱਤਾ ਹੈ, ਤੱਤ ਦਿੱਤਾ ਹੈ, ਜੋ ਉਸ ਮਨੁੱਖ ਤੇ ਜਿਸ ਮਨੁੱਖ ਦੇ ਕੋਲ ਇਹ ਆ ਜਾਵੇ, ਉਹ ਉਸ ਪਰਮ ਪਿਤਾ ਦੀ ਗੋਦ ਦੇ ਵਿੱਚ ਸਮਾ ਜਾਂਦਾ ਹੈ, ਉਹ ਉਸ ਪਰਮ ਪਿਤਾ ਦੇ ਵਿੱਚ ਮਿਲ ਜਾਂਦਾ ਹੈ। ਆਓ ਸਭ ਤੋਂ ਪਹਿਲਾਂ ਬਾਣੀ ਸਰਵਣ ਕਰਦੇ ਹਾਂ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਉ ਖਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਕੜੀਐ ਸ਼ਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀਆਂ ਪੰਕਤੀਆਂ। ਜਤ ਪਹਾਰਾ ਧੀਰਜ ਸੁਨਿਆਰ, ਗੁਰੂ ਸਾਹਿਬ ਜੀ ਦਾ ਫਰਮਾਨ ਹੈ। ਪਹਾਰਾ ਦੁਕਾਨ ਨੂੰ ਕਹਿੰਦੇ ਹਨ ਜਿਸ ਦੇ ਵਿੱਚ ਸੋਨੇ ਦੀ ਜੋ ਦੁਕਾਨ ਹੁੰਦੀ ਹੈ, ਸੁਨਿਆਰੇ ਦੀ, ਉਹਦੇ ਵਿੱਚ ਜੋ ਗਹਿਣੇ ਹਨ। ਸਾਡੀ ਜੋ ਇਹ ਦੁਕਾਨ ਹੈ, ਹਿਰਦੇ ਦੀ ਦੁਕਾਨ ਹੈ, ਜੋ ਇਹਦੇ ਵਿੱਚ ਜਤ ਜੋ ਹੈ ਉਹ ਸਾਡੇ ਗਹਿਣੇ ਹਨ। ਜਤ ਕੀ ਹੈ? ਜਤ ਜੋ ਹੈ ਉਹਦੇ ਵਿੱਚ ਇਹੀ ਹੈ, ਸਹੀ ਬੋਲਣਾ, ਸਹੀ ਵੇਖਣਾ, ਸਹੀ ਸੁਣਨਾ, ਸਹੀ ਸੋਚਣਾ, ਸੱਚ ਸੁੰਘਣਾ ਔਰ ਸੱਚ ਨੂੰ ਹੀ ਸਪਰਸ਼ ਕਰਨਾ। ਜਿੱਥੇ ਸੱਚ ਹੀ ਸੱਚ ਹੈ, ਉਹ ਚੀਜ਼ ਜੋ ਹੈ ਐਸੀ ਜਤ ਹੋਣੀ ਚਾਹੀਦੀ ਹੈ, ਉਹ ਹੀ ਜਤੀ ਹੈ। ਔਰ ਉਹ ਦੁਕਾਨ ਬਣਾ ਕੇ ਧੀਰਜ ਜੋ ਹੈ, ਠਹਿਰਾਓ ਜੋ ਹੈ, ਉਹ ਜੋ ਸੁਨਿਆਰਾ ਹੋਣਾ ਚਾਹੀਦਾ ਹੈ। ਅਹਰਣ ਮਤ ਵੇਦ ਹਥਿਆਰ, ਅਹਰਣ ਜਿਹਦੇ ਉੱਤੇ ਰੱਖ ਕੇ ਸੁਨਿਆਰਾ ਜੋ ਹੈ ਉਹ ਸੋਨੇ ਨੂੰ ਘੜਦਾ ਹੈ ਹਥੌੜੇ ਦੀ ਸੱਟ ਦੇ ਨਾਲ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਹਨ, ਇਹ ਬੰਦੇ ਜੋ ਹਿਰਦਾ ਜੋ ਹੈ ਉਹ ਸੋਨਾ ਹੈ, ਤੇਰੀ ਜਿਹੜੀ ਮੱਤ ਹੈ ਉਸ ਦੀ ਤੂੰ ਅਹਰਣ ਬਣਾ। ਵੇਦ ਹਥਿਆਰ, ਵੇਦ ਦਾ ਮਤਲਬ ਹੈ ਗਿਆਨ, ਕਿ ਗਿਆਨ ਦੇ ਹਥੌੜੇ ਦੇ ਨਾਲ ਆਪਣੀ ਮੱਤ ਦੀ ਅਹਰਣ ਬਣਾ ਕੇ ਉਹਦੇ ਉੱਤੇ ਇਸ ਹਿਰਦੇ ਨੂੰ ਰੱਖ ਕੇ, ਇਸ ਕੰਚਨ ਰੂਪੀ, ਇਸ ਸੋਨੇ ਰੂਪੀ ਹਿਰਦੇ ਨੂੰ ਰੱਖ ਕੇ ਗਿਆਨ ਦੇ ਹਥੌੜੇ ਦੀ ਸੱਟ ਮਾਰ, ਜਿਹਦੇ ਨਾਲ ਕਿ ਇਹ ਜਿਹੜੀ ਦੁਕਾਨ ਹੈ ਉਹ ਸਜ ਜਾਵੇ। ਸੁਨਿਆਰੇ ਦੀ ਦੁਕਾਨ ਦੇ ਵਿੱਚ
ਗਹਿਣੇ ਹਨ, ਉਹ ਗਹਿਣੇ ਹਨ ਸਾਡਾ ਜਤੀ ਹੋਣਾ। ਪਹਾਰਾ ਦਾ ਮਤਲਬ ਹੈ ਦੁਕਾਨ। ਸੁਨਿਆਰਾ ਜੋ ਬੈਠਾ ਹੈ ਘੜਦਾ ਹੈ, ਉਹ ਧੀਰਜ ਸੁਨਿਆਰਾ ਹੈ, ਠਹਿਰਾਓ ਸੁਨਿਆਰਾ ਹੈ। ਹਰ ਜ਼ਿੰਦਗੀ ਦੇ ਵਿੱਚ ਠਹਿਰਾਓ ਹੋਵੇ, ਜ਼ਿੰਦਗੀ ਦੇ ਵਿੱਚ ਬਹੁਤ ਹੀ ਸਹਿਜ ਹੋਵੇ, ਇਹ ਜੋ ਸੁਨਿਆਰਾ ਹੈ ਇਹ ਸਾਡੀ ਮਤ ਬੁੱਧ ਨੂੰ ਕੱਢ ਸਕਦਾ ਹੈ। ਆਓ ਦੇਖਦੇ ਹਾਂ ਗੁਰੂ ਸਾਹਿਬ ਅੱਗੇ ਕੀ ਫਰਮਾਨ ਕਰਦੇ ਹਨ। ਪਉ ਖਲਾ ਅਗਨ ਤਪ ਤਾਓ। ਹੁਣ ਸੁਨਿਆਰੇ ਦੇ ਕੋਲ ਇੱਕ ਧੌਂਕੜੀ ਹੁੰਦੀ ਹੈ ਜਿਹਦੇ ਨਾਲ ਉਹ ਜੋ ਅੱਗ ਬਾਲਦਾ ਹੈ ਉਹਦੇ ਵਿੱਚ ਫੂਕ ਮਾਰਦਾ ਹੈ, ਜਿਸ ਨੂੰ ਅਸੀਂ ਆਮ ਪੰਜਾਬੀ ਦੇ ਸ਼ਬਦਾਂ ਵਿੱਚ ਫੂਕਣਾ ਕਹਿ ਦਿੰਦੇ ਹਾਂ। ਜਦੋਂ ਕਿਤੇ ਅੱਗ ਬਾਲਣੀ ਹੋਵੇ ਅਸੀਂ ਉਹਦੇ ਰਾਹੀਂ ਫੂਕ ਮਾਰਦੇ ਹਾਂ, ਜਿਸ ਦੇ ਨਾਲ ਜੋ ਹੈ ਉਹ ਅੱਗ ਬਲਦੀ ਹੈ। ਗੁਰੂ ਸਾਹਿਬ ਜੀ ਇੱਥੇ ਕਿਸ ਧੌਂਕਣੀ ਦਾ ਜ਼ਿਕਰ ਕਰਦੇ ਹਨ? ਪਉ ਖਲਾ। ਇਹ ਬੰਦੇ ਤੇਰੇ ਕੋਲ ਜੋ ਧੌਂਕੜੀ ਹੈ ਉਹ ਕਿਹੜੀ ਹੋਣੀ ਚਾਹੀਦੀ ਹੈ? ਪਉ, ਪਉ ਖਲਾ। ਖਲਾ ਦਾ ਮਤਲਬ ਹੈ ਧੌਂਕਣੀ, ਪਉ ਦਾ ਮਤਲਬ ਹੈ ਉਸ ਪਰਮਾਤਮਾ ਦਾ ਡਰ। ਉਹ ਜੋ ਧੌਂਕੜੀ ਹੈ ਉਸ ਵਿੱਚ ਜੋ ਹੈ ਉਹ ਪਰਮਾਤਮਾ ਦਾ ਡਰ ਤੇਰੀ ਧੌਂਕੜੀ ਹੋਣਾ ਚਾਹੀਦਾ ਹੈ। ਜਿੱਥੇ ਪਰਮਾਤਮਾ ਦਾ ਡਰ ਨਹੀਂ ਹੈ ਉੱਥੇ ਧੀਰਜ ਨਹੀਂ ਹੈ। ਜਿੱਥੇ ਪਰਮਾਤਮਾ ਦਾ ਡਰ ਨਹੀਂ ਹੈ ਉੱਥੇ ਪਿਆਰ ਨਹੀਂ ਪੈਦਾ ਹੋ ਸਕਦਾ, ਔਰ ਪਿਆਰ ਤੋਂ ਬਿਨਾਂ ਜੋ ਹੈ ਉਸ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਇਹ ਬੰਦੇ ਉਹ ਜਿਹੜੀ ਧੌਂਕਣੀ ਹੈ ਤੇਰੀ, ਉਹ ਤੂੰ ਪਰਮਾਤਮਾ ਦੇ ਡਰ ਦੀ ਧੌਂਕੜੀ ਬਣਾ। ਗੁਰੂ ਸਾਹਿਬ ਦਾ ਫਰਮਾਨ ਹੈ, ਪੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ। ਪੈ ਬਿਨ ਭਗਤ ਨਾ ਹੋਵਈ, ਪਰਮਾਤਮਾ ਦੇ ਡਰ ਤੋਂ ਬਿਨਾਂ ਭਗਤੀ ਕਦੇ ਵੀ ਨਹੀਂ ਹੋ ਸਕਦੀ। ਕਿਉਂਕਿ ਜੇ ਪਰਮਾਤਮਾ ਦਾ ਡਰ ਨਹੀਂ ਹੋਵੇਗਾ, ਸਾਨੂੰ ਕਿਸ ਦਾ ਡਰ ਹੋਵੇਗਾ? ਸਾਨੂੰ ਜਗਤ ਦਾ ਡਰ ਹੋਵੇਗਾ, ਸਾਨੂੰ ਸੰਸਾਰ ਦਾ ਡਰ ਹੋਵੇਗਾ। ਸੰਸਾਰ ਦੇ ਡਰ ਦੇ ਵਿੱਚ ਕੀ ਹੈ? ਸੰਸਾਰ ਦਾ ਡਰ ਜੋ ਹੈ ਉਹ ਮੈਲਾ ਹੈ। ਸੰਸਾਰ ਦੇ ਡਰ ਵਿੱਚ ਜੋ ਸਾਡੀ ਸੋਚ ਹੈ ਉਹ ਮੈਲੀ ਹੈ, ਉਹ ਉੱਤਮ ਨਹੀਂ ਹੋ ਸਕਦੀ, ਉਹ ਸਵੱਛ ਨਹੀਂ ਹੋ ਸਕਦੀ। ਲੇਕਿਨ ਜੋ ਪਰਮਾਤਮਾ ਦਾ ਡਰ ਹੈ ਉਹ ਨਿਰਮਲ ਹੈ, ਉਹ ਪਵਿੱਤਰ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ, ਉਸ ਦੀ ਕੀਰਤੀ ਗਾਉਂਦਿਆਂ ਗਾਉਂਦਿਆਂ ਜੋ ਮਨ ਦੇ ਵਿੱਚ ਉਸ ਦਾ ਡਰ ਪੈਦਾ ਹੋਇਆ, ਉਸ ਦਾ ਨਿਰਮਲ ਡਰ ਪੈਦਾ ਹੋਇਆ, ਉਸ ਦੇ ਨਾਲ ਹਿਰਦਾ ਜੋ ਹੈ ਉਹ ਸ਼ੁੱਧ ਹੋ ਗਿਆ ਹੈ। ਪਰਮਾਤਮਾ ਦੇ ਭੈ ਦੇ ਨਾਲ ਹਿਰਦਾ ਜੋ ਹੈ ਉਹ ਨਿਰਮਲ ਹੋ ਗਿਆ ਹੈ। ਔਰ ਜਦੋਂ ਹਿਰਦਾ ਨਿਰਮਲ ਹੁੰਦਾ ਹੈ, ਉਸ ਪਰਮਾਤਮਾ ਦੀ ਬਾਣੀ ਨੂੰ ਜਪਦਿਆਂ ਜਪਦਿਆਂ, ਉਸ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਜਦੋਂ ਉਹ ਮਨ ਨਿਰਮਲ ਹੁੰਦਾ ਹੈ, ਉਸ ਦਾ ਕੀ ਅੰਜਾਮ ਹੁੰਦਾ ਹੈ? ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਸੰਸਾਰ ਦਾ ਨਿਰਭਉ ਜਪੈ, ਉਸ ਪਰਮਾਤਮਾ ਦੀ ਬਾਣੀ ਨੂੰ ਬਿਨਾਂ ਡਰ ਤੋਂ ਤੂੰ ਜਪੀ ਜਾ, ਜਪੀ ਜਾ। ਉਹ ਪਰਮਾਤਮਾ ਦੀ ਬਾਣੀ ਨੂੰ ਜਪਦਿਆਂ ਜਪਦਿਆਂ ਨਿਰਭਉ ਜਪੈ, ਨਿਡਰ ਹੋ ਕੇ ਉਸ ਨੂੰ ਜਪੀ ਜਾ, ਸਗਲ ਭਉ ਮਿਟੇ। ਫਿਰ ਕੀ ਹੋਵੇਗਾ? ਤੇਰੇ ਸਾਰੇ ਹੀ ਡਰ ਜੋ ਇਸ ਸੰਸਾਰ ਦੇ ਡਰ ਹਨ ਉਹ ਖਤਮ ਹੋ ਜਾਣਗੇ। ਤੂੰ ਸਾਰਿਆਂ ਦੇ ਵਿੱਚ ਹੀ ਆਪਣਾ ਅੰਸ਼ ਦੇਖੇਗਾ, ਤੈਨੂੰ ਸਾਰੇ ਹੀ ਆਪਣੇ ਪ੍ਰਤੀਤ ਹੋਣਗੇ। ਜਦੋਂ ਉਹ ਨਿਰਮਲ ਹਿਰਦਾ ਬਣ ਗਿਆ, ਜਦੋਂ ਉਹ ਸਵੱਛ ਹਿਰਦਾ ਤੇਰਾ ਬਣ ਗਿਆ, ਤੈਨੂੰ ਹਰ ਇੱਕ ਦੇ ਵਿੱਚ ਪਰਿਪੂਰਨ ਪਰਮਾਤਮਾ ਨਜ਼ਰ ਆਵੇਗਾ। ਫਿਰ ਉਹ ਜਿਹੜੀ ਸੰਸਾਰਕ ਮੈਲ ਸੀ ਤੇਰੀ ਸੋਚ ਦੇ ਵਿੱਚ, ਜੋ ਜਗਤ ਦੇ ਡਰ ਦੇ ਨਾਲ ਤੇਰੇ ਅੰਦਰ ਉਹ ਮੈਲ ਸੀ, ਉਹ ਖਤਮ ਹੋ ਜਾਵੇਗੀ। ਔਰ ਉਸ ਦਾ ਜੋ ਨਿਰਮਲ ਡਰ ਹੈ ਉਹ ਪਰਮਾਤਮਾ ਦਾ ਜੋ ਹੈ ਤੇਰੇ ਹਿਰਦੇ ਦੇ ਵਿੱਚ ਪੈਦਾ ਹੋ ਜਾਵੇਗਾ। ਸਾਰਿਆਂ ਦੇ ਵਿੱਚ ਜਦੋਂ ਨਿਰਭਉ ਹੋ ਕੇ ਵਿਚਰਦਾ ਹੈ ਆਦਮੀ, ਉਦੋਂ ਕੀ ਹੁੰਦਾ ਹੈ? ਸੰਸਾਰ ਦੇ ਵਿੱਚ ਕਾਨੂੰਨ ਹੈ, ਪੁਲਿਸ ਵੀ ਹੈ, ਅਦਾਲਤਾਂ ਵੀ ਬਣੀਆਂ ਹੋਈਆਂ ਹਨ, ਕਾਨੂੰਨ ਬਣੇ ਹੋਏ ਹਨ। ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਕਿਉਂ ਪਈ? ਕਿਉਂਕਿ ਸਾਡੇ ਅੰਦਰ ਪਰਮਾਤਮਾ ਦਾ ਡਰ ਨਹੀਂ ਹੈ।
ਜਦੋਂ ਪਰਮਾਤਮਾ ਦਾ ਡਰ ਸਾਡੇ ਅੰਦਰ, ਉਸ ਪਰਮਾਤਮਾ ਦਾ ਡਰ ਪੈਦਾ ਹੋ ਗਿਆ, ਇਹ ਕਿਸੇ ਚੀਜ਼ ਦੀ ਵੀ ਲੋੜ ਨਹੀਂ ਰਹਿ ਜਾਣੀ, ਨਾ ਕਾਨੂੰਨ ਦੀ, ਨਾ ਪੁਲਿਸ ਦੀ, ਨਾ ਅਦਾਲਤ ਦੀ। ਕਿਉਂਕਿ ਜਦੋਂ ਉਸ ਪਰਮਾਤਮਾ ਦਾ ਡਰ ਸਾਡੇ ਮਨ ਦੇ ਅੰਦਰ ਪੈਦਾ ਹੋਇਆ, ਅਸੀਂ ਆਪਣਾ ਹੱਕ ਤੇ ਕਿਸੇ ਨੂੰ ਦੇਵਾਂਗੇ ਨਹੀਂ, ਤੇ ਨਾ ਅਸੀਂ ਕਿਸੇ ਦਾ ਹੱਕ ਦਬਾਵਾਂਗੇ। ਕਿਉਂਕਿ ਇਨਸਾਨ ਜਦੋਂ ਉਸ ਪਰਮਾਤਮਾ ਦੇ ਲੜ ਲੱਗਦਾ ਹੈ, ਜਦੋਂ ਉਸ ਪਰਮਾਤਮਾ ਦੀ ਸੋਚ ਦੇ ਉੱਤੇ ਤੁਰਦਾ ਹੈ, ਉਸ ਦੇ ਰਸਤੇ ਤੇ ਤੁਰਦਾ ਹੈ, ਉਹ ਕਿਸੇ ਦਾ ਹੱਕ ਨਹੀਂ ਮਾਰਦਾ, ਤੇ ਨਾ ਉਹ ਆਪਣਾ ਹੱਕ ਛੱਡਦਾ ਹੀ ਹੈ, ਨਾ ਕਿਸੇ ਨੂੰ ਜਾਣ ਦਿੰਦਾ ਹੈ। ਕੋਈ ਇਸ ਨੂੰ ਡਰਾ ਕੇ ਉਸ ਦਾ ਹੱਕ ਨਹੀਂ ਲੈ ਸਕਦਾ। ਜਦੋਂ ਇਹ ਅਵਸਥਾ ਸਾਰੇ ਹੀ ਜਗਤ ਦੇ ਵਿੱਚ ਪੈਦਾ ਹੋ ਗਈ ਕਿ ਹਰ ਇਨਸਾਨ ਉਸ ਪਰਮਾਤਮਾ ਦੇ ਡਰ ਦੇ ਵਿੱਚ ਜੀਣ ਲੱਗਾ, ਇਹਨਾਂ ਚੀਜ਼ਾਂ ਦੀ ਕਿਸੇ ਦੀ ਵੀ ਜ਼ਰੂਰਤ ਨਹੀਂ ਰਹਿਣੀ। ਨਾ ਕਿਸੇ ਨੇ ਕਿਸੇ ਦਾ ਹੱਕ ਮਾਰਨਾ ਹੈ, ਨਾ ਕਿਸੇ ਨੇ ਆਪਣਾ ਹੱਕ ਜਾਣ ਦੇਣਾ ਹੈ। ਇਹ ਦੁਨੀਆ ਜੋ ਹੈ ਇਹ ਸਵਰਗ ਬਣ ਜਾਏਗੀ। ਇਹ ਜੋ ਹੁਣ ਨਰਕ ਬਣੀ ਹੋਈ ਹੈ ਦੁਨੀਆ, ਇੱਕ ਦੂਸਰੇ ਦੇ ਪਰਾਏ ਹੱਕ ਨੂੰ ਮਾਰਨ ਦੀ ਜਾਂ ਦੂਸਰਿਆਂ ਦੇ ਹੱਕ ਦੇ ਉੱਤੇ ਨਜ਼ਰ ਰੱਖਣ ਦੀ। ਆਪਣੇ ਹੱਕ ਨੂੰ ਤੇ ਮਨੁੱਖ ਦਬਾ ਕੇ ਰੱਖਦਾ ਹੈ, ਛੁਪਾ ਕੇ ਰੱਖਦਾ ਹੈ, ਲੇਕਿਨ ਦੂਸਰਿਆਂ ਦਾ ਡਰ ਜੋ ਹੱਕ ਹੈ ਉਹ ਵੀ ਖੋਣਾ ਚਾਹੁੰਦਾ ਹੈ। ਲੇਕਿਨ ਪਰਮਾਤਮਾ ਦਾ ਭੈ ਜੋ ਉਹ ਹਿਰਦੇ ਨੂੰ ਜਦੋਂ ਸਵੱਛ ਕਰਦਾ ਹੈ, ਪਵਿੱਤਰ ਕਰਦਾ ਹੈ, ਉਦੋਂ ਇਨਸਾਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ। ਉਹ ਆਪਣੇ ਆਪ ਦੇ ਵਿੱਚ ਹੀ ਕਾਨੂੰਨ ਹੈ, ਉਹ ਆਪਣੇ ਆਪ ਦੇ ਵਿੱਚ ਹੀ ਇਹਨਾਂ ਸਾਰੇ ਕਾਨੂੰਨਾਂ ਨੂੰ ਲਾਗੂ ਕਰ ਦਿੰਦਾ ਹੈ, ਕਿਉਂਕਿ ਪਰਮਾਤਮਾ ਦੇ ਭੈ ਤੋਂ ਵੱਡਾ ਕੋਈ ਕਾਨੂੰਨ ਨਹੀਂ ਹੈ। ਜਦੋਂ ਹਰ ਵੇਲੇ ਅਸੀਂ ਉਸ ਨੂੰ ਅੰਗ ਸੰਗ ਸਮਝਦੇ ਹਾਂ, ਉਹ ਪਰਮਾਤਮਾ ਦਾ ਡਰ ਹੈ, ਸਾਡਾ ਹੱਥ ਕਿਸੇ ਗਲਤ ਕੰਮ ਨੂੰ ਨਹੀਂ ਜਾਏਗਾ, ਸਾਡੀ ਨਿਗਾਹ ਪਵਿੱਤਰ ਹੋ ਜਾਏਗੀ, ਸਾਡੇ ਮੁਖ ਤੋਂ ਜੋ ਬਚਨ ਨਿਕਲਣਗੇ ਉਹ ਪਵਿੱਤਰ ਹੋਣਗੇ, ਅਸੀਂ ਮਾੜੀ ਗੱਲ ਕਦੇ ਨਹੀਂ ਸੁਣਾਂਗੇ, ਉਹ ਪਰਮਾਤਮਾ ਦਾ ਰੂਪ ਬਣ ਜਾਏਗਾ। ਇਸ ਲਈ ਉਹ ਜੋ ਪਰਮਾਤਮਾ ਦਾ ਡਰ ਹੈ, ਉਹਦੇ ਪੈਦਾ ਹੋਣ ਦੇ ਨਾਲ, ਉਸ ਨਿਰਮਲ ਡਰ ਪੈਦਾ ਹੋਣ ਦੇ ਨਾਲ ਦੁਨੀਆ ਦੇ ਸਾਰੇ ਹੀ ਜੋ ਡਰ ਹਨ ਉਹ ਖਤਮ ਹੋ ਜਾਂਦੇ ਹਨ। ਜੇ ਪਰਮਾਤਮਾ ਨੂੰ ਅਸੀਂ ਰਾਜਾ ਮੰਨ ਲਈਏ ਕਿ ਉਹ ਹੀ ਇੱਕ ਸਾਡਾ ਰਾਜਾ ਹੈ, ਹੋਰ ਦੁਨੀਆ ਤੇ ਕੋਈ ਰਾਜਾ ਨਹੀਂ ਹੈ, ਤੇ ਸਾਡਾ ਜੀਵਨ ਜੋ ਹੈ ਉਹ ਸਮਰ ਜਾਏਗਾ। ਕਬੀਰ ਸਾਹਿਬ ਜੀ ਦਾ ਫਰਮਾਨ ਹੈ, ਕੋ ਹਰ ਸਮਾਨ ਨਹੀਂ ਰਾਜਾ, ਏ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਪਰਮਾਤਮਾ ਇੱਕੋ ਇੱਕ ਰਾਜਾ ਹੈ। ਜਦੋਂ ਤੋਂ ਮੈਨੂੰ ਉਸ ਦਾ ਭੈ ਮੇਰੇ ਅੰਦਰ ਮੈਂ ਧਾਰਨ ਕੀਤਾ ਹੈ, ਮੈਂ ਪਵਿੱਤਰ ਹੋ ਗਿਆ ਹਾਂ, ਮੈਂ ਸਵੱਛ ਹੋ ਗਿਆ ਹਾਂ, ਮੈਂ ਨਿਰਮਲ ਹੋ ਗਿਆ ਹਾਂ। ਹੁਣ ਮੈਂ ਆਪਣਾ ਹੱਕ ਜਾਣ ਨਹੀਂ ਦਿਆਂਗਾ, ਕਿਸੇ ਦਾ ਹੱਕ ਜੋ ਹੈ ਉਹ ਖੋਵਾਂਗਾ ਨਹੀਂ। ਐ ਬੰਦੇ, ਉਹ ਜੋ ਧੌਂਕੜੀ ਹੈ, ਜੋ ਭੂਕਣਾ ਹੈ, ਤੂੰ ਉਸ ਪਰਮਾਤਮਾ ਦੇ ਡਰ ਦਾ ਬਣਾ। ਹੁਣ ਉਹ ਧੌਂਕੜੀ ਬਣਾਉਣੀ ਹੈ। ਹੁਣ ਅਗਨੀ ਤੋਂ ਬਿਨਾਂ ਜੋ ਹੈ ਉਹ ਸੋਨੇ ਨੂੰ ਢਾਲ ਨਹੀਂ ਸਕਦੇ, ਅਗਨ ਦੀ ਸਖਤ ਜ਼ਰੂਰਤ ਹੈ। ਹੁਣ ਅਗਨ ਕਿਹੜੀ ਪਰਮਾਤਮਾ ਕਹਿੰਦੇ ਹੈ? ਗੁਰੂ ਨਾਨਕ ਸਾਹਿਬ ਜੀ ਅਗਨ ਦਾ ਜਪ ਕਰਦੇ ਹਨ, ਅਗਨ ਤਪ ਤਾਓ। ਅਗਨ ਜੋ ਹੈ, ਹਰ ਚੀਜ਼ ਜੋ ਹੈ ਉਹ ਅਗਨ ਦੇ ਨਾਲ ਹੀ ਕਾਇਮ ਹੈ। ਇਨਸਾਨ ਦੇ ਅੰਦਰ ਅਗਨ ਹੈ, ਉਹ ਕਾਇਮ ਹੈ। ਇਹ ਦੁਨੀਆ ਦੇ ਉੱਤੇ ਅਗਨ ਹੈ, ਇਹ ਸੂਰਜ ਅਗਨ ਹੈ, ਇਹ ਸੂਰਜ ਪ੍ਰਕਾਸ਼ ਹੈ, ਇਹ ਸੂਰਜ ਦੀ ਅਗਨੀ। ਅਗਰ ਸੂਰਜ ਠੰਡਾ ਹੋ ਜਾਏ, ਸਾਰਾ ਬ੍ਰਹਿਮੰਡ ਠੰਡਾ ਹੋ ਜਾਏਗਾ। ਉਸ ਅਗਨ ਦੇ ਨਾਲ ਹੀ ਉਹ ਚੱਲ ਰਿਹਾ ਹੈ। ਇਹ ਅਗਨੀ ਜੋ ਹੈ ਉਹ ਜ਼ਰੂਰੀ ਹੈ। ਧੌਕੜੀ ਭੈ ਦੀ ਅੱਗ ਕੋਲੇ ਕਾਹਦੇ ਬਣਾਉਣੇ ਹਨ? ਤਪ ਦੇ। ਤਪ ਕੀ ਹੈ? ਤਪ ਹੈ ਸੁਬਾਹ ਉੱਠਣਾ, ਉੱਠ ਕੇ ਨਿਤਨੇਮ ਕਰਨਾ, ਉਸ ਗੁਰੂ ਦੇ ਗੀਤ ਗਾਉਣੇ, ਉਸ ਗੁਰੂ ਦੀ ਬਾਣੀ ਨੂੰ ਪੜ੍ਹਨਾ, ਉਸ ਪਵਿੱਤਰ ਬਾਣੀ ਨੂੰ ਪੜ੍ਹਨਾ, ਉਸ ਦੇ ਗੁਣ ਗਾਇਨ ਕਰਨੇ ਤਪ ਹੈ। ਵਾਹਿਗੁਰੂ ਜਾਪ ਤਪ ਹੈ। ਸੇਵਾ ਕਰਨਾ ਤਪ ਹੈ। ਸੇਵਾ ਭਾਵਨਾ ਮਨ ਦੇ ਵਿੱਚ ਹੋਣਾ ਤਪ ਹੈ। ਗੁਰ ਸੇਵਾ ਤਾਪਾਂ ਸਿਰ ਤਪ ਹੈ। ਜੋ ਸੇਵਾ ਹੈ ਗੁਰੂ ਦੀ, ਜੋ ਨਾਮ ਹੈ ਗੁਰੂ ਦਾ, ਐ ਬੰਦੇ ਉਸ ਅਗਨ ਨੂੰ ਆਪਣੇ ਅੰਦਰ ਪੈਦਾ ਕਰ। ਜਦੋਂ ਉਹ ਅਗਨ ਪਰਮਾਤਮਾ ਦੀ ਉਹ ਪੈਦਾ ਹੋਏਗੀ ਅੰਦਰ, ਅਸੀਂ ਕਈ ਵਾਰੀ ਸਾਧੂ ਸੰਤਾਂ ਨੂੰ ਦੇਖਦੇ ਹਾਂ ਜੋ ਗੁਰਮੁਖ ਹਨ, ਜੋ ਉਸ ਗੁਰੂ ਦੇ ਨਾਲ, ਜੋ ਉਸ ਦੀ ਬਾਣੀ ਦੇ ਨਾਲ ਜੁੜੇ ਹੋਏ ਹਨ, ਉਹਨਾਂ ਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਉਹਨਾਂ ਦੇ ਅਸੀਂ ਚਿਹਰੇ ਵੱਲ ਤੱਕ ਨਹੀਂ ਸਕਦੇ, ਉਹਨਾਂ ਦੇ ਨੂਰ ਨੂੰ ਅਸੀਂ ਤੱਕ ਨਹੀਂ ਸਕਦੇ। ਜਿਸ ਤਰ੍ਹਾਂ ਗੁਰੂ ਸਾਹਿਬਾਨ ਸਨ, ਉਹਨਾਂ ਦਾ ਨੂਰ ਤੱਕਣਾ ਔਖਾ ਸੀ।
ਇੱਕ ਟਿਕਟਿਕੀ ਲਾ ਕੇ ਗੁਰੂ ਵੱਲ ਦੇਖਣਾ ਔਖਾ ਹੈ, ਇੱਕ ਸੰਤ ਵੱਲ ਟਿਕਟਿਕੀ ਲਾ ਕੇ ਦੇਖਣਾ ਔਖਾ ਹੈ। ਉਹ ਪ੍ਰਕਾਸ਼ ਜੋ ਹੈ ਉਸ ਦੇ ਅੰਦਰ ਉਸ ਪਰਮਾਤਮਾ ਦਾ ਹੈ। ਉਹ ਜੋ ਹੈ ਉਹ ਜਿਸ ਨੂੰ ਬ੍ਰਹਮ ਅਗਨ ਜੋਗੀ ਕਹਿੰਦੇ ਸਨ, ਉਹ ਬ੍ਰਹਮ ਅਗਨ ਆਪਣੇ ਅੰਦਰ ਇਹ ਬੰਦੇ ਪੈਦਾ ਕਰ। ਉਹ ਬ੍ਰਹਮ ਅਗਨ ਜਦੋਂ ਤੇਰੇ ਅੰਦਰੋਂ ਪੈਦਾ ਹੋ ਜਾਏਗੀ, ਫਿਰ ਤੂੰ ਆਪਣੇ ਜੀਵਨ ਨੂੰ ਜੋ ਹੈ, ਆਪਣੀ ਜੋ ਹਿਰਦਾ ਹੈ, ਆਪਣਾ ਮਨ ਜੋ ਹੈ, ਉਸ ਨੂੰ ਤੂੰ ਕੱਢ ਪਾਏਗਾ। ਭਉ ਖਲਾ ਅਗਨ ਤਪ ਤਾਓ, ਉਹ ਵਾਹਿਗੁਰੂ ਦਾ ਜਾਪ ਕਰ, ਉਸ ਪਰਮਾਤਮਾ ਦੇ ਨਾਮ ਨੂੰ ਜਪ, ਉਸ ਨੂੰ ਜਪੀ ਜਾ। ਜਪਦਿਆਂ ਉਹ ਬ੍ਰਹਮ ਅਗਨ ਤੇਰੇ ਅੰਦਰ ਪੈਦਾ ਹੋਵੇਗੀ। ਤਪ ਦੀ ਅਗਨ ਜੋ ਬ੍ਰਹਮ ਅਗਨ ਹੈ। ਭਗਤ ਕਬੀਰ ਜੀ ਦਾ ਫਰਮਾਨ ਹੈ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੈ ਚੋਟ ਸਿਧਾਇਆ। ਜੋਗ ਅਗਨ, ਜਿਹਨੂੰ ਜੋਗੀ ਵੀ ਕਹਿੰਦੇ ਹਨ, ਇਸ ਸੰਸਾਰ ਵਿੱਚ ਜਿੰਨੀ ਵੀ ਸ਼ਕਤੀ ਹੈ ਉਹ ਅਗਨ ਦੀ ਹੈ। ਬ੍ਰਹਮ ਅਗਨ ਜੋ ਹੈ ਉਹ ਪੈਦਾ ਕਰ। ਉਹ ਅਗਨ ਕਿਹੜੀ ਹੈ? ਬ੍ਰਹਮ ਅਗਨ ਜੋ ਹੈ ਉਹ ਸੰਸਾਰਕ ਅਗਨ ਦੀ ਨਹੀਂ ਹੈ, ਉਹ ਨਿਰਮਲ ਹੈ, ਉਹ ਸਵੱਛ ਹੈ, ਉਹ ਸੀਤਲ ਹੈ, ਉਹ ਪ੍ਰਕਾਸ਼ ਹੈ, ਉਹ ਪਰਮ ਆਨੰਦ ਦੇਣ ਵਾਲੀ ਹੈ। ਜਿਸ ਵੇਲੇ ਉਹ ਬ੍ਰਹਮ ਅਗਨ ਪੈਦਾ ਹੁੰਦੀ ਹੈ, ਇਨਸਾਨ ਦੇ ਆਪਣੇ ਅੰਦਰ ਆਨੰਦ ਹੈ, ਉਸ ਨੂੰ ਦੇਖਣ ਵਾਲਾ ਆਨੰਦਿਤ ਹੋ ਜਾਂਦਾ ਹੈ। ਉਸ ਦਾ ਜੋ ਪ੍ਰਕਾਸ਼ ਹੈ ਉਸ ਦਾ ਜਦੋਂ ਬਾਹਰ ਜਾਂਦਾ ਹੈ, ਉਹ ਇਨਸਾਨ ਆਨੰਦ ਦੇ ਵਿੱਚ ਚਲਾ ਜਾਂਦਾ ਹੈ। ਅਸੀਂ ਸੰਤਾਂ ਮਹਾਂਪੁਰਸ਼ਾਂ ਨੂੰ ਦੇਖਦੇ ਹਾਂ, ਅਸੀਂ ਗੁਰੂ ਘਰ ਦੇ ਅੰਦਰ ਹਾਂ, ਉਸ ਗੁਰੂ ਨੂੰ ਨਸਮਸਤਕ ਹੁੰਦੇ ਹਾਂ ਸਾਡੇ ਅੰਦਰ, ਜਾਂ ਅਸੀਂ ਸੱਚਖੰਡ ਦੇ ਵਿੱਚ ਵੀ ਜਾ ਕੇ ਕਿਤੇ ਇੱਕ ਮਿੰਟ ਬੈਠੀਏ ਜਾਂ ਸੱਚਖੰਡ ਦੇ ਵਿੱਚ ਇਕੱਲੇ ਹੋਈਏ ਔਰ ਅਸੀਂ ਉੱਥੇ ਜਾ ਕੇ ਮੱਥਾ ਟੇਕੀਏ, ਗੁਰੂ ਦੇ ਸਨਮੁਖ ਹੋਈਏ, ਉਹ ਜੋ ਪ੍ਰਕਾਸ਼ ਹੈ, ਉਹ ਜੋ ਅਗਨ ਹੈ, ਉਹ ਸਾਨੂੰ ਸੀਤਲ ਕਰ ਦਿੰਦੀ ਹੈ, ਉਹ ਸਾਨੂੰ ਸਵੱਛ ਕਰ ਦਿੰਦੀ ਹੈ, ਉਹ ਸਾਨੂੰ ਨਿਰਮਲ ਕਰ ਦਿੰਦੀ ਹੈ। ਉਹ ਅਗਨ ਸਾਡੇ ਸਰੀਰ ਨੂੰ ਚੁਣੀ ਆਉਂਦੀ ਹੈ, ਕਿਉਂਕਿ ਉਹ ਪਰਮਾਤਮਾ ਸਵੱਛ ਹੈ। ਜਦੋਂ ਵੀ ਉਸ ਦਾ ਸਪਰਸ਼ ਹੋਵੇਗਾ ਸਾਡੇ ਜੀਵਨ ਦੇ ਵਿੱਚ, ਉਸ ਦਾ ਨਾਮ ਸਾਡੇ ਜੀਵਨ ਦੇ ਵਿੱਚ ਸਪਰਸ਼ ਹੋਵੇਗਾ, ਅਸੀਂ ਪਵਿੱਤਰ ਹੋ ਜਾਵਾਂਗੇ, ਅਸੀਂ ਨਿਰਮਲ ਹੋ ਜਾਵਾਂਗੇ। ਭਉ ਖਲਾ ਅਗਨ ਤਪ ਤਾਓ, ਭਉ ਖਲਾ ਅਗਨ ਤਪ ਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਟਾਲ। ਭਾਂਡਾ ਪਾਓ ਅੰਮ੍ਰਿਤ ਤਿਤ ਟਾਲ। ਹੁਣ ਜੋ ਉਸ ਸੋਨੇ ਨੂੰ ਜਦੋਂ ਉਹ ਕੱਢਦਾ ਹੈ, ਉਹਦੇ ਕੋਲ ਇੱਕ ਕੁਠਾਲੀ ਹੁੰਦੀ ਹੈ, ਇੱਕ ਭਾਂਡਾ ਹੁੰਦਾ ਹੈ ਜਿਹਦੇ ਵਿੱਚ ਉਹ ਸੋਨੇ ਨੂੰ ਢਾਲ ਕੇ ਪਾਉਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਭਾਂਡਾ ਪਾਓ। ਹੁਣ ਤੂੰ ਜਦੋਂ ਇਸ ਮਨ ਨੂੰ ਢਾਲਣਾ ਹੈ, ਤੂੰ ਇਸ ਮਨ ਨੂੰ ਘੜਨਾ ਹੈ, ਤੂੰ ਆਪਣੇ ਹਿਰਦੇ ਨੂੰ ਸਵੱਛ ਕਰਨਾ ਹੈ ਉਸ ਬ੍ਰਹਮ ਦੀ ਅਗਨ ਦੇ ਨਾਲ। ਹੁਣ ਜਤ ਜਿਹੜਾ ਹੈ ਉਹ ਤੇਰੇ ਗਹਿਣੇ ਬਣਨੇ ਹਨ, ਧੀਰਜ ਜਿਹੜਾ ਹੈ ਉਹ ਤੇਰਾ ਸੁਨਿਆਰਾ ਹੋਣਾ ਹੈ, ਸਹਿਜ ਤੇਰਾ ਸੁਨਿਆਰਾ ਹੋਣਾ ਹੈ। ਅਹਰਨ ਜਿਹੜੀ ਮੱਤ ਹੈ, ਜਿਹੜੀ ਅਹਰਨ ਜਿਹਦੇ ਉੱਤੇ ਸੋਨਾ ਕੁੱਟਦੇ ਹਨ, ਉਹ ਤੇਰੀ ਮੱਤ ਹੈ। ਉਹਦੇ ਤੋਂ ਜੋ ਹਥੌੜਾ ਵੱਜਣਾ ਹੈ, ਜਿਸ ਨੇ ਇਹਨੂੰ ਘੜਨਾ ਹੈ, ਉਹ ਗਿਆਨ ਦਾ ਹਥੌੜਾ ਹੈ, ਔਰ ਉਸ ਤੋਂ ਬਿਨਾਂ ਧੀਰਜ ਨਹੀਂ ਆ ਸਕਦਾ। ਹੁਣ ਗੁਰੂ ਸਾਹਿਬ ਜੀ ਉਹ ਕਹਿੰਦੇ ਹਨ, ਉਹ ਕੁਠਾਲੀ, ਉਹ ਭਾਂਡਾ ਕਿਹੜਾ ਲੈਣਾ ਹੈ ਤੂੰ, ਜਿਹਦੇ ਵਿੱਚ ਉਸ ਨੂੰ ਢਾਲ ਕੇ ਪਾਉਣਾ ਹੈ। ਭਾਂਡਾ ਪਾਓ ਅੰਮ੍ਰਿਤ ਤਿਤ ਟਾਲ। ਉਹ ਭਾਓ ਦਾ ਭਾਂਡਾ ਹੈ, ਪ੍ਰੇਮ ਦਾ ਭਾਂਡਾ ਹੈ। ਉਸ ਮਨ ਨੂੰ ਕੱਢ ਕੇ ਉਸ ਪ੍ਰੇਮ ਦੇ ਭਾਂਡੇ ਵਿੱਚ ਪਾ, ਉਸ ਅੰਮ੍ਰਿਤ ਰੂਪੀ ਮਨ ਨੂੰ ਢਾਲ ਕੇ ਉਸ ਪ੍ਰੇਮ ਦੇ ਬਰਤਨ ਦੇ ਵਿੱਚ ਪਾ। ਪ੍ਰੇਮ ਜੋ ਹੈ ਉਹ ਪਰਮਾਤਮਾ ਦਾ ਦੂਸਰਾ ਨਾਮ ਹੈ। ਹੋ ਸਕਦਾ ਹੈ ਇਨਸਾਨ ਬ੍ਰਹਮ ਅਗਨ ਤੱਕ ਪਹੁੰਚਿਆ ਹੋਇਆ ਪਰਮਾਤਮਾ ਨੂੰ ਨਾ ਮਿਲ ਸਕੇ, ਧੀਰਜ ਦੇ ਵਿੱਚ ਆਇਆ ਹੋਇਆ ਇਨਸਾਨ ਪਰਮਾਤਮਾ ਨੂੰ ਨਾ ਮਿਲ ਸਕੇ, ਜਤੀ ਇਨਸਾਨ ਪਰਮਾਤਮਾ ਨੂੰ ਨਾ ਮਿਲ ਸਕੇ, ਪਰਮਾਤਮਾ ਦਾ ਡਰ ਵੀ ਹੋਵੇ ਪਰਮਾਤਮਾ ਨੂੰ ਨਾ ਮਿਲ ਸਕੇ, ਪਰ ਜਿਸ ਦੇ ਅੰਦਰ ਉਸ ਪਰਮਾਤਮਾ ਦਾ ਪਿਆਰ ਹੋ ਗਿਆ, ਉਹ ਪਿਆਰ ਉਸ ਨੂੰ ਅਵੱਛ ਹੀ ਉਸ ਦੇ ਦਰਵਾਜ਼ੇ ਤੱਕ ਪਹੁੰਚਾ ਦੇਗਾ। ਇਹ ਮਨ ਦੇ ਵਿੱਚ ਉਸ ਪਰਮਾਤਮਾ ਦੀ ਜੋ ਪ੍ਰੀਤ ਹੈ, ਇਸ ਪ੍ਰੀਤ ਦੀ ਰੀਤ ਨੇ ਹੀ ਸਾਨੂੰ ਲੈ ਕੇ ਜਾਣਾ ਹੈ ਉਸ ਸੱਚਖੰਡ ਦੇ ਵਿੱਚ। ਇਹ ਇਨਸਾਨ ਉਹ ਜੋ ਭਾਂਡਾ ਹੈ, ਉਹ ਤੂੰ ਪ੍ਰੇਮ ਨੂੰ ਉਹ ਭਾਂਡਾ ਬਣਾ, ਉਸ ਹਿਰਦੇ ਨੂੰ ਢਾਲ ਕੇ ਉਸ ਪ੍ਰੇਮ ਰੂਪੀ ਭਾਂਡੇ ਵਿੱਚ ਪਾ, ਤਾਂ ਤੇਰਾ ਜੋ ਜੀਵਨ ਹੈ ਉਹ ਸਫਲ ਹੋਏਗਾ। ਤੇ ਉਹ ਭਾਵ ਕਿੱਥੋਂ ਪੈਦਾ ਹੋਣਾ ਹੈ? ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ, ਪਾਉ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ,
ਜਦ ਤੱਕ ਅਸੀਂ ਉਸ ਪਰਮਾਤਮਾ ਦੇ ਜੁੜਨ ਵਾਲਿਆਂ ਨਾਲ, ਉਸ ਪਰਮਾਤਮਾ ਦੇ ਪਿਆਰਿਆਂ ਦੇ ਨਾਲ, ਉਸ ਪਰਮਾਤਮਾ ਦੇ ਗੁਣ ਗਾਉਣ ਵਾਲਿਆਂ ਦੇ ਨਾਲ ਸੰਗਤ ਨਹੀਂ ਕਰਦੇ, ਉਨਾ ਚਿਰ ਸਾਡੇ ਉਸ ਪ੍ਰਭੂ ਦੀ ਪ੍ਰੀਤ ਪੈਦਾ ਨਹੀਂ ਹੋ ਸਕਦੀ। ਭਾਉ ਬਿਨ ਭਗਤ ਨਾ ਹੋਏ ਤੇਰੀ, ਪ੍ਰੇਮ ਦੇ ਉਸ ਪਰਮਾਤਮਾ ਦੇ ਪ੍ਰੇਮ ਦੇ ਪੈਦਾ ਹੋਣ ਤੋਂ ਬਿਨਾਂ ਉਸ ਪਰਮਾਤਮਾ ਨੂੰ ਮਿਲਣਾ ਅਸੰਭਵ ਹੈ। ਉਹ ਜੋ ਪ੍ਰੇਮ ਹੈ ਉਹੀ ਸਾਨੂੰ ਉੱਥੇ ਲੈ ਕੇ ਜਾਵੇਗਾ। ਭਾਉ ਪੈਦਾ ਹੋਇਆ, ਭੈ ਪੈਦਾ ਹੋਇਆ, ਭੈ ਤੋਂ ਭਾਉ ਪੈਦਾ ਹੋਇਆ, ਭਾਉ ਤੋਂ ਗਿਆਨ, ਗਿਆਨ ਤੋਂ ਧੀਰਜ ਪੈਦਾ ਹੋਇਆ, ਔਰ ਜੋ ਧੀਰਜ ਹੈ ਉਹਨੇ ਸਾਡੀ ਜੱਤ ਦੀ ਪਹਾਰਾ ਬਣਾ ਦਿੱਤੀ। ਇਹ ਜੋ ਲੜੀ ਹੈ ਉਹ ਇਸ ਤਰ੍ਹਾਂ ਚੱਲਦੀ ਹੈ। ਉਸ ਤੋਂ ਅੱਗੇ ਗੁਰੂ ਸਾਹਿਬ ਜੀ ਦਾ ਕੀ ਫਰਮਾਨ ਹੈ? ਘੜੀਐ ਸ਼ਬਦ ਸੱਚੀ ਟਕਸਾਲ, ਸ਼ਬਦ ਦੀ ਟਕਸਾਲ। ਘੜੀਐ ਸ਼ਬਦ ਸੱਚੀ ਟਕਸਾਲ। ਟਕਸਾਲ ਦਾ ਮਤਲਬ ਹੁੰਦਾ ਹੈ ਜਿੱਥੇ ਕਰੰਸੀ ਘੜੀ ਜਾਂਦੀ ਹੈ, ਹੋਰ ਹੀਰੇ ਮੋਤੀ ਜੋ ਘੜੇ ਜਾਂਦੇ ਹਨ, ਕੀਮਤੀ ਚੀਜ਼ਾਂ ਘੜੀਆਂ ਜਾਂਦੀਆਂ ਹਨ, ਉਹ ਟਕਸਾਲ ਕਹਿੰਦੇ ਹਨ। ਹੁਣ ਇੱਥੇ ਟਕਸਾਲ ਕਿਹੜੀ ਹੈ? ਕਿੱਥੇ ਘੜਨਾ ਹੈ ਅਸੀਂ ਇਸ ਮਨ ਨੂੰ? ਕਿੱਥੇ ਘੜਨਾ ਹੈ ਅਸੀਂ ਇਸ ਹਿਰਦੇ ਨੂੰ? ਕਿੱਥੇ ਘੜਨਾ ਹੈ ਅਸੀਂ ਆਪਣੀ ਇਸ ਅੰਦਰਲੀ ਅਵਸਥਾ ਨੂੰ? ਘੜੀਐ ਸ਼ਬਦ ਸੱਚੀ ਟਕਸਾਲ। ਜਿੱਥੇ ਸ਼ਬਦ ਦਾ ਉਚਾਰਨ ਹੈ, ਜਿੱਥੇ ਸ਼ਬਦ ਹੈ, ਜਿੱਥੇ ਜਾਪ ਹੈ, ਜਿੱਥੇ ਸ਼ਬਦ ਦੀ ਵਿਆਖਿਆ ਹੈ, ਜਿੱਥੇ ਸ਼ਬਦ ਹੀ ਸ਼ਬਦ ਹੈ, ਜਿੱਥੇ ਸ਼ਬਦ ਦਾ ਵਿਸਤਾਰ ਹੈ, ਜਿੱਥੇ ਸ਼ਬਦ ਦਾ ਮੂਲ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਸ ਸ਼ਬਦ ਦੇ ਵਿੱਚ ਇਹੀ ਟਕਸਾਲ ਹੈ ਜਿੱਥੇ ਤੂੰ ਆਪਣੇ ਮਨ ਨੂੰ ਕਰਨਾ ਹੈ। ਇਹ ਬੰਦੇ, ਸਤਸੰਗ ਦੇ ਵਿੱਚ ਬੈਠ, ਉਸ ਪਿਤਾ ਦੇ ਸ਼ਬਦਾਂ ਨੂੰ ਸੁਣ, ਉਸ ਦੀ ਸ਼ਬਦ ਦੀ ਟਕਸਾਲ ਦੇ ਵਿੱਚ ਤੂੰ ਆਪਣੇ ਇਸ ਮਨ ਨੂੰ ਕਰਨਾ ਹੈ। ਉੱਥੇ ਜੋ ਹੈ ਤੇਰਾ ਘੜਿਆ ਹੋਇਆ ਮਨ ਉਸ ਪਰਮਾਤਮਾ ਦਾ ਰੂਪ ਹੋ ਜਾਏਗਾ। ਇੱਥੇ ਹੀ ਗੁਰੂ ਸਾਹਿਬ ਜੀ ਦਾ ਫਰਮਾਨ ਸੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ ਹੈ। ਇਹ ਇਨਸਾਨ, ਇਹ ਮਨ, ਇਹ ਉਹਦਾ ਰੂਪ ਹੈ ਉਸ ਪਰਮਾਤਮਾ ਦਾ। ਤੂੰ ਉਹਦਾ ਸਰੂਪ ਹੈ, ਤੂੰ ਆਪਣੇ ਇਸ ਸਰੂਪ ਨੂੰ ਕਿਉਂ ਨਹੀਂ ਪਛਾਣਦਾ? ਗੁਰੂ ਸਾਹਿਬ ਜੀ ਦਾ ਫਰਮਾਨ, ਮਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨ ਕੋਏ। ਇਹ ਸਿਰਫ ਧਰਮ ਦੀ ਸਾਰੀ ਸਾਧਨਾ ਇਹ ਮਨ ਦੀ ਸਾਧਨਾ ਹੈ। ਮੰਮਾ ਮਨ ਸਿਉ ਕਾਜ ਹੈ। ਭਗਤ ਕਬੀਰ ਜੀ ਕਹਿ ਰਹੇ ਹਨ, ਇਸ ਮਨ ਦੇ ਨਾਲ ਸਾਡੀ ਕਾਜ ਹੈ। ਇਸ ਮਨ ਨੂੰ ਅਸੀਂ ਕਰਨਾ ਹੈ। ਮਨ ਦੇ ਸਾਧਿਆਂ ਹੀ ਅਸੀਂ ਸਿੱਧ ਹੋ ਸਕਦੇ ਹਾਂ। ਮਨ ਦੇ ਸਾਧਿਆਂ ਹੀ ਅਸੀਂ ਉਸ ਪਰਮਾਤਮਾ ਦੇ ਨਾਲ ਮਿਲ ਸਕਦੇ ਹਾਂ। ਮਨ ਹੀ ਸੋ ਮਨ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਿ ਅਗਰ ਅਸੀਂ ਸਹੀ ਸ਼ਬਦਾਂ ਵਿੱਚ ਦੇਖੀਏ ਤਾਂ ਇਹ ਮਨ ਵਰਗਾ ਕੋਈ ਨਹੀਂ ਮਿਲਿਆ ਜਿਹੜਾ ਮਨ ਸਾਨੂੰ ਉਸ ਪਰਮਾਤਮਾ ਤੱਕ ਮਿਲਾ ਸਕਦਾ ਹੈ। ਗੁਰੂ ਸਾਹਿਬ ਦਾ ਫਰਮਾਨ। ਉਸ ਤੋਂ ਅੱਗੇ ਗੁਰੂ ਸਾਹਿਬ ਜੀ ਕੀ ਫਰਮਾਨ ਕਰਦੇ ਹਨ? ਇਸ ਸ਼ਬਦ ਦੇ ਵਿੱਚ ਤੂੰ ਆਪਣੇ ਮਨ ਨੂੰ ਕੱਢ, ਇਸ ਟਕਸਾਲ ਦੇ ਵਿੱਚ ਤੂੰ ਆਪਣੇ ਮਨ ਨੂੰ ਕੱਢ। ਔਰ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਅਗਲਾ ਕਿ ਇਹ ਕੰਮ ਕੌਣ ਕਰਦਾ ਹੈ? ਇਸ ਤਰ੍ਹਾਂ ਦੀ ਟਕਸਾਲ ਵਿੱਚ ਆਪਣੇ ਆਪ ਨੇ ਮਨ ਨੂੰ ਕੌਣ ਢਾਲਦਾ ਹੈ? ਜਿਨ ਕੋ ਨਦਰ ਕਰਮ ਤਿਨ ਕਾਰ। ਜਿਨ ਕੋ ਨਦਰ ਕਰਮ ਤਿਨ ਕਾਰ। ਇਹ ਉਹੀ ਇਨਸਾਨ ਇਹ ਕੰਮ ਕਰ ਸਕਦੇ ਹਨ ਜਿਨ੍ਹਾਂ ਦੇ ਉੱਤੇ ਉਸ ਪਰਮਾਤਮਾ ਦੀ ਦ੍ਰਿਸ਼ਟੀ ਹੁੰਦੀ ਹੈ, ਉਸ ਪਰਮਾਤਮਾ ਦੀ ਨਿਗਾਹ ਹੁੰਦੀ ਹੈ। ਅਗਰ ਅਸੀਂ ਸੰਸਾਰਿਕ ਦੁਨੀਆ ਨੂੰ ਹੀ ਲੈ ਲਈਏ ਤੇ ਕੋਈ ਵੱਡਾ ਇਨਸਾਨ ਆ ਜਾਵੇ, ਕੋਈ ਆਫੀਸਰ ਹੀ ਆ ਜਾਵੇ ਪਿੰਡ ਦੇ ਵਿੱਚ, ਅਸੀਂ ਉਹਦੇ ਨਾਲ ਖੜੇ ਹੋਈਏ, ਸਾਡੀ ਉਹਦੇ ਨਾਲ ਬਣਦੀ ਹੋਵੇ, ਦੁਨੀਆ ਦੇ ਵਿੱਚ ਸਾਡਾ ਰੁਤਬਾ ਉੱਚਾ ਹੋ ਜਾਂਦਾ ਹੈ। ਲੋਕ ਸਾਨੂੰ ਸਲਾਮ ਕਰਦੇ ਹਨ ਕਿ ਇਸ ਦਾ ਕਿਸੇ ਵੱਡੇ ਦੇ ਬੰਦੇ ਦੇ ਨਾਲ ਸੰਪਰਕ ਹੈ ਔਰ ਉਹ ਉਸ ਨੂੰ ਐਟੋਮੈਟਿਕਲੀ ਸਲਾਮ ਕਰਨ ਲੱਗਦੇ ਹਨ। ਪਰ ਇਹ ਬੰਦੇ, ਤੂੰ ਆਪਣੇ ਹਿਰਦੇ ਦੇ ਵਿੱਚ, ਆਪਣੇ ਮਨ ਦੇ ਵਿੱਚ, ਆਪਣੀ ਆਤਮਾ ਦੇ ਵਿੱਚ ਸੋਚ ਕੇ ਦੇਖ, ਜੇ ਤੇਰੀ ਨਜ਼ਰ ਕਿਤੇ ਉਸ ਪਰਮਾਤਮਾ ਦੀ ਨਜ਼ਰ ਤੇਰੇ ਤੇ ਹੋ ਜਾਵੇ ਤੇ ਫਿਰ ਤੂੰ ਕੀ ਬਣ ਸਕਦਾ ਹੈ? ਫਿਰ ਤੂੰ ਕਿਤਨਾ ਵੱਡਾ ਹੋ ਸਕਦਾ ਹੈ? ਫਿਰ ਤੈਨੂੰ ਰਾਜੇ ਵੀ ਸਲਾਮ ਕਰਨਗੇ, ਤੂੰ ਇਤਨਾ ਵੱਡਾ ਹੋ ਜਾਵੇਂਗੇ। ਤੈਨੂੰ ਬਾਦਸ਼ਾਹ ਵੀ ਸਲਾਮ ਕਰਨਗੇ, ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ। ਔਰ ਉਹ ਕਰਮ ਉਹੀ ਕਰ ਸਕਦਾ ਹੈ ਜਿਸ ਦੀ ਪਰਮਾਤਮਾ ਦੀ ਨਜ਼ਰ ਹੋ ਜਾਏ। ਅਸੀਂ ਅਰਦਾਸ ਕਰਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ, ਐ ਪਿਤਾ ਨਿਗਾਹ ਕਰ ਸਾਡੇ ਤੇ, ਐ ਪਿਤਾ ਸਾਡੇ ਤੇ ਰਹਿਮਤ ਦੀ ਨਜ਼ਰ ਕਰ, ਐ ਪਿਤਾ ਸਾਡੇ ਤੇ ਰਹਿਮਤ ਦੀ ਦ੍ਰਿਸ਼ਟੀ ਪਾ। ਕਿਉਂ ਕਹਿੰਦੇ ਹਾਂ?
ਕਈ ਵਾਰੀ ਸ਼ਬਦ ਉਸ ਚੀਜ਼ ਨੂੰ ਨਹੀਂ ਕਹਿ ਸਕਦੇ, ਲੇਕਿਨ ਅੱਖਾਂ ਕਹਿ ਜਾਂਦੀਆਂ ਹਨ। ਪ੍ਰੇਮ ਨੂੰ ਪ੍ਰਗਟ ਕਰਨਾ ਹੋਵੇ, ਦੁਨਿਆਵੀ ਪ੍ਰੇਮ ਨੂੰ ਹੀ ਪ੍ਰਗਟ ਕਰਨਾ ਹੋਵੇ, ਕਈ ਵਾਰੀ ਸ਼ਬਦ ਸਾਥ ਨਹੀਂ ਦਿੰਦੇ, ਇਹ ਜ਼ੁਬਾਨ ਸਾਥ ਨਹੀਂ ਦਿੰਦੇ, ਲੇਕਿਨ ਅੱਖਾਂ ਜੋ ਹੈ ਬਹੁਤ ਕੁਝ ਕਹਿ ਜਾਂਦੀਆਂ ਹਨ। ਜੋ ਸ਼ਬਦਾਂ ਦੇ ਨਾਲ, ਜੋ ਜ਼ੁਬਾਨ ਦੇ ਨਾਲ ਪ੍ਰਗਟ ਨਹੀਂ ਹੋ ਸਕਦਾ, ਜਿਸ ਤੇ ਜ਼ੁਬਾਨ ਵਲ ਖਾਂਦੀ ਹੈ, ਜਿਸ ਤੇ ਜ਼ੁਬਾਨ ਬੋਲਦੀ ਨਹੀਂ, ਉਹ ਚੀਜ਼ ਅੱਖਾਂ ਕਰ ਦਿੰਦੀਆਂ ਹਨ। ਉਸ ਪਰਮਾਤਮਾ ਦੀ ਨਿਗਾਹ ਦੇ ਵਿੱਚ ਕੀ ਹੈ? ਉਸ ਪਰਮਾਤਮਾ ਦੀ ਨਿਗਾਹ ਦੇ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੈ, ਰਹਿਮਤ ਹੀ ਰਹਿਮਤ ਹੈ, ਦਇਆਲਤਾ ਹੀ ਦਇਆਲਤਾ ਹੈ। ਉਸ ਪਿਤਾ ਦੀ ਨਿਗਾਹ ਇਤਨੀ ਵਡਮੁੱਲੀ, ਇਤਨੀ ਸਵੱਛ, ਇਤਨੀ ਨਿਰਮਲ, ਇਤਨੀ ਪਵਿੱਤਰ ਹੈ। ਐ ਬੰਦੇ, ਅਗਰ ਉਹ ਤੇਰੇ ਉੱਤੇ ਪੈ ਗਈ, ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਏਗਾ, ਤੇਰੇ ਤੇ ਬਖਸ਼ਿਸ਼ ਹੋ ਜਾਏਗੀ। ਜਿਸ ਦੇ ਉੱਤੇ ਉਹ ਬਖਸ਼ਿਸ਼ ਹੋ ਗਈ, ਫਿਰ ਉਹਦਾ ਅੰਜਾਮ ਕੀ ਹੋਏਗਾ? ਜਿਨ ਕੋ ਨਦਰ ਕਰਮ ਤਿਨਕਾਰ, ਫਿਰ ਉਹ ਇਹ ਕਾਰ ਕਰਨਗੇ, ਫਿਰ ਉਹ ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਸਵੱਛ ਪਾਉਣਗੇ, ਫਿਰ ਉਹ ਇਹ ਦੁਕਾਨ ਪੈਦਾ ਕਰਨਗੇ, ਜਤ ਪਹਾਰਾ ਤੀਰ ਸੁਨਿਆਰ ਵਾਲੀ। ਫਿਰ ਜਤ ਉਹਨਾਂ ਦੀ ਜੋ ਹੈ ਗਹਿਣੇ ਹੋਣਗੇ, ਪਹਾਰਾ ਦੁਕਾਨ ਹੋਏਗੀ, ਧੀਰਜ ਉਹਨਾਂ ਦਾ, ਠਹਿਰਾਓ ਉਹਨਾਂ ਦਾ, ਸਹਿਜ ਉਹਨਾਂ ਦਾ ਸੁਨਿਆਰਾ ਹੋਏਗਾ, ਅਹਿਰਨ ਉਹਨਾਂ ਦੀ ਮੱਤ ਹੋਏਗੀ, ਵੇਦ ਉਹਨਾਂ ਦਾ ਹਥੌੜਾ ਹੋਏਗਾ, ਔਰ ਉਹਨਾਂ ਦਾ ਹਿਰਦਾ ਜੋ ਸੋਨਾ ਹੋਏਗਾ, ਜਿਸ ਨੂੰ ਉਹਦੇ ਵਿੱਚ ਘੜਿਆ ਜਾਣਾ ਹੈ। ਔਰ ਉਹ ਜੋ ਘੜ ਕੇ ਪ੍ਰੇਮ ਦੇ ਭਾਂਡੇ ਵਿੱਚ ਭਾਂਡਾ ਪਾਓ ਅੰਮ੍ਰਿਤ ਢਾਲ, ਉਹ ਅੰਮ੍ਰਿਤ ਰੂਪੀ ਘੜੇ ਹੋਏ ਮਨ ਨੂੰ ਪ੍ਰੇਮ ਦੇ ਭਾਂਡੇ ਵਿੱਚ ਪਾ ਲੈਣਾ ਹੈ, ਔਰ ਇਹਨੂੰ ਅਸੀਂ ਸ਼ਬਦ ਦੀ ਟਕਸਾਲ ਦੇ ਵਿੱਚ ਕਰਨਾ ਹੈ। ਔਰ ਇਹ ਉਹੀ ਕਰ ਸਕਦੇ ਹਨ ਜਿਨ੍ਹਾਂ ਉੱਤੇ ਉਸ ਪਰਮਾਤਮਾ ਦੀ ਨਜ਼ਰ ਹੋ ਜਾਵੇ, ਨਿਗਾਹ ਹੋ ਜਾਵੇ। ਫਿਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਜਿਨ੍ਹਾਂ ਤੇ ਉਸ ਪਰਮ ਪਿਤਾ ਦੀ ਨਿਗਾਹ, ਉਸ ਦੀ ਬਖਸ਼ਿਸ਼, ਉਸ ਦੀ ਰਹਿਮਤ ਹੁੰਦੀ ਹੈ। ਨਾਨਕ ਨਦਰੀ ਨਦਰ ਨਿਹਾਲ, ਜਦੋਂ ਉਸ ਪਰਮਾਤਮਾ ਦੀ ਨਜ਼ਰ ਹੁੰਦੀ ਹੈ, ਮਿਹਰ ਹੋ ਜਾਂਦੀ ਹੈ, ਉਹ ਨਿਹਾਲ ਹੋ ਜਾਵੇਗਾ, ਮਹਾਨ ਹੋ ਜਾਵੇਗਾ। ਨਿਹਾਲ ਹੋਣ ਦੀ ਵਿਆਖਿਆ ਕਰਨੀ, ਨਿਹਾਲ ਹੋਣ ਦਾ ਸਾਰ ਕਰਨਾ, ਨਿਹਾਲ ਹੋਣ ਦਾ ਵਿਸਥਾਰ ਕਰਨਾ ਸ਼ਬਦਾਂ ਦੇ ਵਿੱਚ ਨਹੀਂ ਆਉਂਦਾ। ਉਹ ਜੋ ਨਿਹਾਲ ਹੋਣਾ, ਉਸ ਦੀ ਕਥਨੀ ਕਰਨੀ, ਉਹ ਕਹਿਣੀ ਤੋਂ ਪਰੇ ਹੈ। ਉਹ ਨਿਹਾਲ ਹੋਣਾ ਜੋ ਹੈ, ਉਹ ਅਕਾਲ ਪੁਰਖ ਵਰਗਾ ਹੋਣਾ ਹੈ। ਉਹ ਕੀ ਹੈ? ਤੂੰ ਈਸ਼ਵਰ ਬਣ ਜਾਏਗਾ। ਇਹ ਬੰਦੇ, ਤੂੰ ਪਰਮਾਤਮਾ ਬਣ ਜਾਏਗਾ, ਤੂੰ ਉਸ ਦਾ ਰੂਪ ਹੋ ਜਾਏਗਾ। ਇਹ ਚੀਜ਼ ਤੈਨੂੰ ਉਸ ਦੇ ਦੁਆਰ ਤੇ ਲਿਜਾ ਕੇ ਖੜੀ ਕਰ ਦੇਗੀ। ਉਹ ਹਿਰਦੇ ਦੇ ਵਿੱਚ ਤੇਰੇ ਆ ਜਾਏਗਾ। ਇਸ ਕੜੇ ਹੋਏ ਮਨ ਦੇ ਵਿੱਚ ਫਿਰ ਨਿਵਾਸ ਕੌਣ ਕਰਦਾ? ਪਰਮਾਤਮਾ। ਫਿਰ ਪਰਮਾਤਮਾ ਦੇ ਵਿੱਚ ਤੂੰ ਹੈ ਔਰ ਤੇਰੇ ਵਿੱਚ ਪਰਮਾਤਮਾ ਹੈ। ਦੋਨੋਂ ਇੱਕ ਦੂਸਰੇ ਦੇ ਵਿੱਚ ਸਮਾ ਜਾਣਗੇ। ਫਿਰ ਉਹ ਜਿਹੜੀ ਨਜ਼ਰ ਹੈ, ਉਹ ਜਿਹੜਾ ਨਿਹਾਲ ਹੋਣਾ ਹੈ, ਉਹ ਜੋ ਦ੍ਰਿਸ਼ਟੀ ਪੈਣੀ ਹੈ, ਉਹ ਜੋ ਕਹਾਣੀ ਹੈ, ਉਹ ਕਹਿਣੇ ਤੇ ਕਥਨੀ ਤੋਂ ਪਰੇ ਹੈ। ਐਸੀ ਨਿਹਾਲਤਾ, ਐਸੀ ਦਿਆਲਤਾ ਉਸ ਪਰਮਾਤਮਾ ਦੀ ਹੁੰਦੀ ਹੈ, ਐਸੀ ਮਿਹਰ ਦੀ ਨਜ਼ਰ ਹੁੰਦੀ ਹੈ, ਜੋ ਪਰਮਾਤਮਾ ਦੇ ਨਾਲ ਮਿਲਾ ਕੇ ਉਸ ਨੂੰ ਪਰਮਾਤਮਾ ਵਰਗਾ ਕਰ ਦਿੰਦੀ ਹੈ। ਇਹ ਬੰਦੇ, ਇਸ ਟਕਸਾਲ ਦੇ ਵਿੱਚ ਤੂੰ ਆਪਣੇ ਮਨ ਨੂੰ ਕਰ। ਸਾਡੇ ਕੋਲ ਜਤ ਹੋਵੇਗਾ ਤਾਂ ਸਾਡੇ ਕੋਲ ਧੀਰਜ ਆਵੇਗਾ। ਸਾਡੀ ਮੱਤ ਜੋ ਹੈ ਉਹਦੇ ਵਿੱਚ ਗਿਆਨ ਆਵੇਗਾ, ਤਾਂ ਹੀ ਸਾਡੀ ਧੌਂਕੜੀ ਜਿਹੜੀ ਹੈ, ਜੇ ਉਹ ਆਵੇਗਾ ਸਾਡੇ ਹਥਿਆਰ ਦੇ ਨਾਲ, ਉਹਦੇ ਨਾਲ ਕਰਾਂਗੇ, ਫੇਰ ਹੀ ਸਾਡੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਡਰ ਪੈਦਾ ਹੋਣਾ ਹੈ। ਉਸ ਪਰਮਾਤਮਾ ਦੇ ਡਰ ਦੇ ਨਾਲ ਹੀ ਸਾਡੇ ਵਿੱਚ ਪ੍ਰੇਮ ਪੈਦਾ ਹੋਣਾ ਹੈ, ਸਾਧ ਸੰਗਤ ਕਰਕੇ, ਔਰ ਉਸ ਨੂੰ ਫਿਰ ਪ੍ਰੇਮ ਦੇ ਭਾਂਡੇ ਵਿੱਚ ਪਾ ਕੇ ਅਸੀਂ ਪੇਸ਼ ਕਰਾਂਗੇ। ਸ਼ਬਦ ਦੀ ਟਕਸਾਲ ਦੇ ਵਿੱਚ ਘੜਿਆ ਜਾਣਾ ਹੈ। ਫਿਰ ਉਸ ਪਰਮਾਤਮਾ ਦੀ ਨਜ਼ਰੇ ਕਰਮ ਹੋ ਜਾਏਗੀ। ਨਾਨਕ ਨਦਰੀ ਨਦਰ ਨਿਹਾਲ, ਫਿਰ ਨਿਹਾਲ ਹੋ ਜਾਏਗਾ। ਤੇਰੀ ਉਸ ਅਵਸਥਾ ਨੂੰ ਇਸ ਦੁਨੀਆ ਦਾ ਕੋਈ ਵੀ ਇਨਸਾਨ, ਇਸ ਦੁਨੀਆ ਦੀ ਕੋਈ ਵੀ ਜ਼ੁਬਾਨ, ਇਸ ਦੁਨੀਆ ਦਾ ਕੋਈ ਸ਼ਬਦ, ਇਸ ਦੁਨੀਆ ਦੀ ਕੋਈ ਕਹਿਣੀ ਤੇਰੀ ਉਸ ਨਿਹਾਲਤਾ ਨੂੰ, ਤੇਰੀ ਉਸ ਪ੍ਰਸੰਨਤਾ ਨੂੰ, ਤੇਰੀ ਉਸ ਆਨੰਦਤਾ ਨੂੰ, ਤੇਰੀ ਉਸ ਅੰਦਰ ਦੀ ਖੁਸ਼ੀ ਨੂੰ, ਤੇਰੇ ਉਸ ਅੰਦਰ ਦੇ ਖੇੜੇ ਨੂੰ, ਤੇਰੀ ਉਸ ਅੰਦਰ ਦੀ ਪਵਿੱਤਰਤਾ ਨੂੰ, ਤੇਰੇ ਉਸ ਅੰਦਰ ਦੀ ਸਵੱਛਤਾ ਨੂੰ, ਉਸ ਨਿਰਮਲਤਾ ਨੂੰ ਕੋਈ ਬਿਆਨ ਨਹੀਂ ਕਰ ਸਕੇਗਾ। ਐ ਬੰਦੇ, ਐਸੀ ਦੁਕਾਨ ਬਣਾ, ਉਸ ਦੇ ਵਿੱਚ ਹੀ ਮਨ ਨੂੰ ਕੱਢ। ਔਰ ਸਾਰੀਆਂ ਹੀ ਪੌੜੀਆਂ ਦਾ ਸਾਰ ਗੁਰੂ ਸਾਹਿਬ ਜੀ ਨੇ 38ਵੀਂ ਪੌੜੀ ਦੇ ਵਿੱਚ ਦਿੱਤਾ ਹੈ। ਐ ਬੰਦੇ, ਆ ਚੀਜ਼ ਪੈਦਾ ਕਰ। ਤੂੰ ਉਸ ਪਰਮਾਤਮਾ ਨਾਲ ਪੌੜੀ ਪੌੜੀ ਲਿਆ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਅਵਸਥਾ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ। ਫਿਰ ਕੀ ਬਣਦਾ? ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਤੂੰ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਏਗਾ, ਬਾਦਸ਼ਾਹਾਂ ਦਾ ਬਾਦਸ਼ਾਹ ਹੋਏਗਾ, ਤੈਨੂੰ ਬਾਦਸ਼ਾਹ ਸਲਾਮ ਕਰਨਗੇ। ਇਹ ਬੰਦੇ, ਉਸ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਜਪਜੀ ਸਾਹਿਬ ਦਾ ਪਾਠ ਜਿਸ ਇਨਸਾਨ ਨੂੰ ਕੰਠ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਹੈ, ਸ੍ਰੀ ਮੁਖ ਤੇ ਤਬ ਉੱਤਰ ਕਹਿਓ ਪ੍ਰੇਤ, ਕਹਿਓ ਜੋ ਸਿੱਖ ਕੋ ਲਹਿਓ, ਸੁਨੇ ਪਤਤ ਹੂਤ ਜਪ ਰਸਨਾ,
ਜਿਸ ਨੂੰ ਕੰਠ ਤਿੰਨ ਪਰ ਕਛ ਨਾ। ਜਿਸ ਇਨਸਾਨ ਨੂੰ ਜਪਜੀ ਸਾਹਿਬ ਦਾ ਕਾਠ ਕੰਠ ਹੈ, ਜੋ ਨਿਤਾ ਪ੍ਰਤੀ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਉਹਦੇ ਕੋਲ ਕੋਈ ਭੂਤ ਪ੍ਰੇਤ, ਉਹਦੇ ਕੋਲ ਕੋਈ ਦੁੱਖ, ਉਹਦੇ ਕੋਲ ਕੋਈ ਤਕਲੀਫ, ਉਹਦੇ ਕੋਲ ਕੋਈ ਕਸ਼ਟ, ਉਹਦੇ ਕੋਲ ਸੰਸਾਰਕ ਕਸ਼ਟ, ਕਿਸੇ ਤਰ੍ਹਾਂ ਦਾ ਵੀ ਕਸ਼ਟ ਉਹਦੇ ਕੋਲ ਨਹੀਂ ਰਹਿ ਜਾਏਗਾ। ਉਸ ਨੂੰ ਇੱਕ ਪਰਮਾਤਮਾ ਸ਼ੀਸ਼ੇ ਦੀ ਤਰ੍ਹਾਂ ਕੱਢ ਦੇਗਾ। ਉਹ ਇੱਕ ਪਵਿੱਤਰਤਾ ਦੀ ਮੂਰਤੀ ਹੋ ਜਾਏਗਾ। ਉਸ ਨੂੰ ਇਹ ਚੀਜ਼ਾਂ ਕਦੇ ਵੀ ਕੁਝ ਵੀ ਨਹੀਂ ਕਹਿ ਸਕਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਕਠਨ ਬਚਨ ਹੈ, ਜੋ ਇਨਸਾਨ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਗੁਰਸਿੱਖ ਹੈ, ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ, ਸੋ ਬਿਸਟਾ ਕਾ ਕਰਮ ਹੋਵੇ ਜਨਮ ਗਵਾਵੇ ਬਾਦ। ਗੁਰੂ ਸਾਹਿਬ ਜੀ ਦਾ ਫਰਮਾਨ ਹੈ ਕਿ ਜੋ ਇਨਸਾਨ ਗੁਰਸਿੱਖ ਹੈ, ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਿਨਾਂ ਆਪਣੇ ਮੁਖ ਦੇ ਵਿੱਚ ਕੁਝ ਪਾਉਂਦਾ ਹੈ, ਉਹ ਇਨਸਾਨ ਬਿਸ਼ਟਾ ਦਾ ਕੀੜਾ ਬਣੇਗਾ। ਉਹਦੀ ਗਤੀ ਨਹੀਂ ਹੈ, ਉਹ ਗੰਦਗੀ ਦਾ ਕੀੜਾ ਬਣੇਗਾ, ਜੋ ਉਸ ਪਰਮਾਤਮਾ ਦੀ ਬਾਣੀ ਨੂੰ ਪੜ੍ਹਨ ਤੋਂ ਬਿਨਾਂ ਆਪਣੇ ਮੁਖ ਦੇ ਵਿੱਚ ਸਵੇਰੇ ਉੱਠ ਕੇ ਕੁਛ ਪਾਉਂਦਾ ਹੈ। ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ, ਸੋ ਬਿਸਟਾ ਕਾ ਕਰਮ ਹੋਏ। ਬਿਨਾਂ ਜਾਪ ਦੇ, ਬਿਨਾਂ ਜਪਜੀ ਸਾਹਿਬ ਦੇ ਪਾਠ ਦੇ ਜੋ ਇਨਸਾਨ ਆਪਣੇ ਮੁਖ 'ਚ ਕੁਛ ਪਾਉਂਦਾ ਹੈ, ਉਹ ਅਗਲੇ ਜਨਮ ਦੇ ਵਿੱਚ ਉਹ ਬਿਸਟਾ ਦਾ ਕੀੜਾ ਹੀ ਬਣਦਾ ਹੈ। ਜਨਮ ਗਵਾਵੇ ਬਾਦ, ਬਾਦ ਦਾ ਮਤਲਬ ਹੁੰਦਾ ਹੈ ਬਿਨਾਂ ਕਿਸੇ ਮਤਲਬ ਦੇ, ਵਿਅਰਥ ਜਿਹਨੂੰ ਕਹਿ ਦਿੰਦੇ ਹਾਂ, ਕਿ ਉਹ ਜਿਹੜਾ ਆਪਣਾ ਜਨਮ ਹੈ ਉਸ ਨੂੰ ਵਿਅਰਥ ਕਰਕੇ ਚਲੇ ਜਾਂਦਾ ਹੈ। ਉਸ ਦਾ ਜਨਮ ਕਿਸੇ ਅਰਥ ਦੇ ਵਿੱਚ ਨਹੀਂ ਆਉਂਦਾ। ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਜੀ ਨੂੰ ਜੋ ਸਭ ਤੋਂ ਪਹਿਲਾਂ ਇਲਹਾਮ ਹੋਇਆ, ਜੋ ਉਪਦੇਸ਼ ਹੋਇਆ ਗੁਰੂ ਸਾਹਿਬ ਜੀ ਨੂੰ, ਜਦੋਂ ਗੁਰੂ ਸਾਹਿਬ ਜੀ ਵੇਈਂ ਨਦੀ ਦੇ ਵਿੱਚ ਡੁਬਕੀ ਲਗਾ ਕੇ ਗਏ ਹਨ, 3 ਦਿਨ ਬਾਅਦ ਉਹ ਕਬਰਸਤਾਨ ਦੇ ਵਿੱਚ ਫਿਰ ਪ੍ਰਗਟ ਹੋਏ ਹਨ। ਔਰ ਜੋ ਉਹ ਉਪਦੇਸ਼, ਪਰਮਾਤਮਾ ਦਾ ਪਹਿਲਾ ਉਪਦੇਸ਼, ਪਰਮਾਤਮਾ ਦੀ ਪਹਿਲੀ ਸੁਗਾਤ, ਪਰਮਾਤਮਾ ਦਾ ਪਹਿਲਾ ਤੋਹਫਾ ਜੋ ਗੁਰੂ ਨਾਨਕ ਸਾਹਿਬ ਨੂੰ ਪ੍ਰਾਪਤ ਹੋਇਆ, ਜਪਜੀ ਸਾਹਿਬ, ਜੋ ਇਨਸਾਨ, ਸਿੱਖਾਂ ਨੇ ਇਸ ਦਾ ਨਾਮ ਜਪਜੀ ਸਾਹਿਬ ਰੱਖਿਆ ਹੈ। ਜੋ ਇਨਸਾਨ ਜਪਜੀ ਪੜ੍ਹਦਾ ਹੈ ਉਹ ਸਾਹਿਬ ਹੋ ਜਾਂਦਾ ਹੈ। ਜੋ ਜਪਜੀ ਪੜ੍ਹਦਾ ਹੈ ਉਹ ਸਾਹਿਬ ਦੇ ਵਿੱਚ ਹੀ ਮਿਲ ਜਾਂਦਾ ਹੈ। ਜੋ ਜਪਜੀ ਪੜ੍ਹਦਾ ਹੈ ਉਹ ਸਾਹਿਬ ਹੀ ਹੋ ਜਾਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਲੋਕਾਂ ਕੋਲ ਇਤਨਾ ਗਿਆਨ ਨਹੀਂ ਸੀ ਗੁਰਬਾਣੀ ਦਾ, ਲੋਕ ਸਿਰਫ ਜਪਜੀ ਸਾਹਿਬ ਦਾ ਪਾਠ ਕਰਕੇ ਬ੍ਰਹਮ ਗਿਆਨੀ ਦੀ ਪਦਵੀ ਤੱਕ ਪਹੁੰਚੇ ਹਨ। ਇੱਥੋਂ ਤੱਕ ਕਿ ਮੂਲ ਮੰਤਰ ਦਾ ਪਾਠ ਕਰਕੇ ਲੋਕ ਬ੍ਰਹਮ ਗਿਆਨੀ ਦੀ ਪਦਵੀ ਤੱਕ ਪਹੁੰਚੇ ਹਨ। ਜਪਜੀ ਸਾਹਿਬ ਦੇ ਪਾਠ ਦੀ ਇਤਨੀ ਮਹਾਨਤਾ ਹੈ। ਜੋ ਇਨਸਾਨ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹਨੂੰ ਦੁਨੀਆ ਦੇ ਸਾਰੇ ਸੁੱਖ ਮਿਲਦੇ ਹਨ। ਜੋ ਆਪਣੀ ਬਣਤਰ ਜਪਜੀ ਸਾਹਿਬ ਵਰਗੀ ਬਣਾ ਲੈਂਦਾ ਹੈ, ਜੋ ਜਪਜੀ ਸਾਹਿਬ ਕਹਿੰਦਾ ਹੈ ਸਾਨੂੰ, ਜੋ ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਬਣਤਰ ਆਪਣੀ ਜਪਜੀ ਸਾਹਿਬ ਵਾਲੀ ਆਪਣੇ ਹਿਰਦੇ ਦੀ ਬਣਾ ਲੈਂਦਾ ਹੈ, ਉਹ ਪਰਮਾਤਮਾ ਆਪ ਹੋ ਜਾਂਦਾ ਹੈ। ਉਸ ਪਰਮਾਤਮਾ ਦੇ ਵਿੱਚ ਔਰ ਉਸ ਇਨਸਾਨ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਗੁਰੂ ਸਾਹਿਬ ਦੀ ਇਹ ਬਾਣੀ ਨਿਰਮੋਲਕ ਹੈ। ਅਸੀਂ ਉਸ ਬਾਣੀ ਨੂੰ ਕੰਠ ਕਰੀਏ, ਉਸ ਬਾਣੀ ਨੂੰ ਪੜ੍ਹੀਏ, ਉਸ ਪਿਤਾ ਨੂੰ ਗੁਣਗਣਾਉਂਦੇ ਰਹੀਏ, ਉਸ ਪਿਤਾ ਨੂੰ ਇਸ ਹਿਰਦੇ ਦੇ ਵਿੱਚ ਯਾਦ ਰੱਖੀਏ। ਕਿਸੇ ਨੂੰ ਮੂਲ ਮੰਤਰ ਆਉਂਦਾ ਹੈ, ਮੂਲ ਮੰਤਰ ਹੀ ਸਾਰਾ ਦਿਨ ਕਰੀ ਜਾਓ। ਆਪਣੇ ਧਿਆਨ ਨੂੰ ਉਸ ਪਰਮਾਤਮਾ ਦੇ ਵਿੱਚ ਲਾਓ। ਖਾਣਾ ਬਣਾਉਂਦੇ ਹਾਂ, ਕਾਰ ਕਰਦੇ ਹਾਂ, ਅਗਰ ਅਸੀਂ ਉਸ ਪਰਮਾਤਮਾ ਨੂੰ ਯਾਦ ਰੱਖਦੇ ਹਾਂ, ਮੂਲ ਮੰਤਰ ਦਾ ਪਾਠ ਕਰਦੇ ਹਾਂ, ਜੇ ਜਪਜੀ ਸਾਹਿਬ ਦਾ ਪਾਠ ਕੰਠ ਹੈ, ਕਰੀ ਜਾਓ। ਇਹਨੇ ਉਸ ਅਵਸਥਾ ਦੇ ਵਿੱਚ ਲੈ ਕੇ ਚਲੇ ਜਾਣਾ ਹੈ। ਤੁਹਾਡੇ ਮਨ ਦੀ ਹਾਲਤ ਜੋ ਹੈ ਉਹ ਉਸੇ ਤਰ੍ਹਾਂ ਬਦਲੇਗੀ। ਬੱਚਾ ਪਹਿਲੀ ਦੇ ਵਿੱਚ ਜਾਂਦਾ ਹੈ, ਕੁਝ ਨਹੀਂ ਆਉਂਦਾ ਹੈ। ਜਦੋਂ ਉਹ ਬੱਚਾ 5ਵੀਂ ਕਲਾਸ ਦੇ ਵਿੱਚ ਪੜ੍ਹ ਕੇ ਆਉਂਦਾ ਹੈ, ਉਹ ਸਾਨੂੰ ਬਹੁਤ ਸਾਰੇ ਆਨਸਰ ਦਿੰਦਾ ਹੈ। ਇਹ ਉਸ ਪਿਤਾ ਦਾ ਸਕੂਲ ਹੈ, ਇਹ ਦਾਖਲਾ ਹੈ ਉਸ ਪਿਤਾ ਦੇ ਸਕੂਲ ਵਿੱਚ। ਜਿਸ ਤਰ੍ਹਾਂ ਅਸੀਂ ਉਸ ਨੂੰ ਪੜ੍ਹਦੇ ਜਾਵਾਂਗੇ, ਸਾਡੇ ਹਿਰਦੇ ਦੀ ਅਵਸਥਾ, ਸਾਡੀ ਸੋਚਣੀ, ਸਾਡੇ 'ਚ ਜੋ ਪ੍ਰੇਮ, ਜੋ ਸਭ ਕੁਝ ਗੁਰੂ ਸਾਹਿਬ ਨੇ ਦੱਸਿਆ, ਉਹ ਸਾਡੇ ਹਿਰਦੇ ਦੇ ਵਿੱਚ ਆ ਜਾਏਗਾ। ਜਦੋਂ ਹਿਰਦੇ ਦੇ ਵਿੱਚ ਆ ਜਾਏਗਾ, ਜਿਨ੍ਹਾਂ ਗੱਲਾਂ 'ਤੇ ਅਸੀਂ ਜ਼ੋਰ ਦਿੰਦੇ ਹਾਂ, ਇਹ ਇਨਸਾਨ ਆ ਨਹੀਂ ਕਰਨਾ ਚਾਹੀਦਾ, ਇਹ ਬੰਦੇ ਆ ਨਹੀਂ ਕਰਨਾ ਚਾਹੀਦਾ, ਉਹ ਸਾਰੇ ਆਟੋਮੈਟਿਕਲੀ ਖਤਮ ਹੋ ਜਾਣਗੇ। ਅਸੀਂ ਫਸਲਾਂ ਦੇ ਵਿੱਚ ਹੀ ਦਵਾਈ ਪਾਉਂਦੇ ਹਾਂ, ਅਸੀਂ ਗੋਡੀ ਕਰਦੇ ਹਾਂ, ਕਿਤੇ ਕੁਝ ਰਹਿ ਜਾਂਦਾ ਹੈ। ਅਗਰ ਅਸੀਂ ਉਸ ਨੂੰ ਦਵਾਈ ਛਿੜਕ ਦਿੰਦੇ ਹਾਂ ਉਹਦੇ 'ਤੇ, ਉਹ ਸਾਰੀ ਦੀ ਸਾਰੀ ਨਸ਼ਟ ਹੋ ਜਾਂਦੀ ਹੈ। ਫਿਰ ਕਿਸੇ ਤਰ੍ਹਾਂ ਦਾ ਵੀ ਉਹਦੇ ਵਿੱਚ ਕੁਝ ਰਹਿ ਨਹੀਂ ਜਾਂਦਾ। ਇਹ ਐਸੀ ਦਵਾਈ ਹੈ ਜਪਜੀ ਸਾਹਿਬ, ਜਿਸ ਦਾ ਛਿੜਕਾਓ ਅਸੀਂ ਆਪਣੇ ਹਿਰਦੇ 'ਤੇ ਕਰਾਂਗੇ, ਸਾਡੇ ਸਭ ਮਨੋਰਥ ਪੂਰੇ ਹੋਣਗੇ। ਸਾਡੀ ਹਰ ਤਰ੍ਹਾਂ ਦੀ ਜੋ ਮੈਲ ਹੈ ਹਿਰਦੇ ਦੀ, ਜਨਮਾਂ ਜਨਮਾਂ ਦੀ, ਉਹ ਉਤਰ ਜਾਏਗੀ। ਔਰ ਇੱਕ ਸਵੱਛ ਗੁਰਸਿੱਖ ਹੋ ਕੇ ਅਸੀਂ ਉਸ ਪਿਤਾ ਦੇ ਚਰਨਾਂ ਵਿੱਚ ਬਿਰਾਜਾਂਗੇ। ਆਪਾਂ ਸਾਰੇ ਹੀ ਕੋਸ਼ਿਸ਼ ਕਰੀਏ, ਅਸੀਂ ਖੁਦ ਵੀ, ਦਾਸ ਵੀ ਖੁਦ ਕਰੇ। ਇਹ ਨਹੀਂ ਹੈ ਕਿ ਇੱਥੇ ਬੈਠ ਕੇ ਸੰਗਤ ਨੂੰ ਕਹਿ ਦੇਣਾ,
ਆਪ ਅਰਦਾਸ ਕਰਨੀ, ਦਾਸ ਦਾ ਜੀਵਨ ਉਸ ਤਰ੍ਹਾਂ ਦਾ ਜੋ ਗੁਰੂ ਸਾਹਿਬ ਇਸ ਮੁਖ ਤੋਂ ਕਢਾ ਰਹੇ ਹਨ, ਦਾਸ ਦਾ ਜੀਵਨ ਉਹ ਹੋਵੇ, ਉਹੋ ਜਿਹਾ ਹੀ ਜੀਵਨ ਦਾਸ ਦਾ ਬਣੇ। ਦਾਸ ਵੀ ਉਸੇ ਤਰ੍ਹਾਂ ਹੀ ਉਹ ਪਾਠ ਕਰੇ, ਉਸੇ ਤਰ੍ਹਾਂ ਉਸ ਗੁਰਬਾਣੀ ਨੂੰ ਪੜ੍ਹੇ। ਇਹ ਤਾਂ ਹੀ ਹੋ ਸਕਦਾ ਹੈ ਜੇ ਉਸ ਦੀ ਨਦਰ ਹੋਵੇ। ਉਸ ਦੀ ਨਦਰ ਕਿਸ ਤਰ੍ਹਾਂ ਹੋਣੀ ਹੈ? ਜੇ ਸੰਗਤ ਅਰਦਾਸ ਕਰੇਗੀ, ਜੇ ਆਪ ਅਰਦਾਸ ਕਰੋਗੇ ਉਸ ਪਰਮਾਤਮਾ ਅੱਗੇ, ਇਸ ਮਤਹੀਨ ਨੂੰ ਮਤ ਬਖਸ਼, ਇਸ ਮਤਹੀਨ ਨੂੰ ਉਹ ਸਿੱਖਿਆ ਬਖਸ਼, ਤਾਂ ਉਸ ਪਰਮਾਤਮਾ ਦੀ ਨਦਰ ਹੋਵੇਗੀ। ਅਸੀਂ ਸਾਰੇ ਹੀ ਇੱਕੋ ਹੀ ਤਕੜੀ ਦੇ ਵਿੱਚ ਤੁਲੇ ਹੋਏ ਹਾਂ, ਕਿਉਂਕਿ ਕਿਸੇ ਨੂੰ ਕੁਝ ਕਹਿਣਾ ਉਹ ਤਾਂ ਹੀ ਅਸਰ ਹੈ ਜੋ ਇਨਸਾਨ ਦੀ ਆਪਣੀ ਜ਼ਿੰਦਗੀ ਦੇ ਵਿੱਚ ਹੋਵੇ। ਪਰਮਾਤਮਾ ਕਿਰਪਾ ਕਰੇ, ਆਪ ਅਰਦਾਸ ਕਰੋ ਕਿ ਸਾਡਾ ਸਾਰਿਆਂ ਦਾ ਜੀਵਨ ਜੋ ਹੈ ਉਸ ਪਿਤਾ ਦੇ ਵਿੱਚ ਲੀਨ ਹੋਵੇ। ਜੋ ਪਿਤਾ ਸਾਨੂੰ ਬਣਤਰ ਦੱਸਦੇ ਹਨ, ਅਸੀਂ ਉਹ ਬਣਾ ਸਕੀਏ, ਅਸੀਂ ਉਹ ਨਿਰਮਲ ਤੇ ਸਵੱਛ ਹੋ ਸਕੀਏ। ਕਦੇ ਵੀ ਦਿਨ ਦੇ ਵਿੱਚ ਇੱਕ ਵਾਰੀ ਟਾਈਮ ਲੱਗਦਾ ਹੈ, ਕਦੇ ਵੀ ਲੱਗਦਾ ਜਪਜੀ ਸਾਹਿਬ ਦਾ ਪਾਠ ਜ਼ਰੂਰ। ਤੁਹਾਡਾ ਆਪਣਾ ਕਰਨ ਦਾ ਟਾਈਮ ਨਹੀਂ, ਕੰਮਕਾਰ ਕਰਦੇ ਆ ਤੁਸੀਂ ਘਰ ਦੇ ਵਿੱਚ 5-7 ਪਾਠ ਜਪਜੀ ਸਾਹਿਬ ਦੇ ਜ਼ਰੂਰ ਲਾਓ, ਟੇਬਰ ਕਾਰਡ ਚੱਲਦੀ ਰਹਿਣ ਦਿਓ, ਕਿਉਂਕਿ ਜਿੱਥੇ ਗੁਰਬਾਣੀ ਦਾ ਉਚਾਰਨ ਹੈ ਉੱਥੇ ਕੁਛ ਨਹੀਂ ਰਹਿੰਦਾ। ਕੋਈ ਨਾ ਕੋਈ ਤੇ ਸ਼ਬਦ ਤੁਹਾਡੇ ਕੰਨਾਂ 'ਚ ਚੱਲਦਿਆਂ ਫਿਰਦਿਆਂ ਜੋ ਤੁਸੀਂ ਕਾਰ ਕਰਦੇ ਹਾਂ ਉਹਦੇ ਵਿੱਚ ਰਚੇਗਾ, ਉਹ ਤੁਹਾਡੇ ਜੀਵਨ ਨੂੰ ਪਰਿਵਰਤਨ ਕਰਕੇ ਰੱਖ ਦੇਗਾ। ਉਹ ਤੁਹਾਨੂੰ ਉਸ ਟਕਸਾਲ ਦੇ ਵਿੱਚ ਤੁਸੀਂ ਚਲੇ ਜਾਓਗੇ, ਕੋਈ ਸ਼ਬਦ ਜੋ ਟਕਸਾਲ ਹੈ ਉਹ ਹਰ ਵੇਲੇ ਉਹਦੇ ਵਿੱਚ ਤੁਸੀਂ ਘੜੇ ਜਾਓਗੇ। ਇਤਨੀ ਬੇਨਤੀ ਜ਼ਰੂਰ ਕਰਦਾ ਹਾਂ ਕਿ ਆਪਣੇ ਘਰਾਂ ਅਗਰ ਆਪ ਨਹੀਂ ਕਰ ਸਕਦੇ, ਜੋ ਨਿਤਨੇਮ ਕਰਨ ਤੋਂ ਬਾਅਦ ਅਗਰ ਕੰਮ ਘੱਟ ਹੈ ਜਾਂ ਬੀਬੀਆਂ ਦੇ ਕੰਮ ਘਰਾਂ ਦੇ ਵਿੱਚ ਬਹੁਤ ਹੁੰਦੇ ਹਨ, ਬਾਣੀ ਚੱਲਦੀ ਰਹਿਣ ਦਿਓ, ਬਾਣੀ ਨੂੰ ਸਾਰਾ ਦਿਨ ਨਿਤਾ ਪ੍ਰਤੀ ਚੱਲਦੇ ਰਹਿਣ ਦਿਓ। ਕਿਸੇ ਇਨਸਾਨ ਦੇ ਕਹਿਣ ਦੇ ਨਾਲ, ਕਿਸੇ ਸਿੱਖਿਆ ਦੇ ਨਾਲ ਕੁਛ ਨਹੀਂ ਬਦਲਦਾ, ਸਿਰਫ ਬਦਲਦੀ ਹੈ ਗੁਰਬਾਣੀ ਇਨਸਾਨ ਨੂੰ। ਔਰ ਉਹ ਕੋਸ਼ਿਸ਼ ਜ਼ਰੂਰ ਕਰੋ, ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਕੋਸ਼ਿਸ਼ ਕਰੀਏ, ਜਿੱਥੇ ਵੀ ਕੋਈ ਟਾਈਮ ਲੱਗਦਾ ਹੈ। ਇਹ ਮੂੰਹ ਨੇ ਚਲੇ ਜਾਣਾ ਹੈ ਇੱਕ ਦਿਨ, ਇਹਦਾ ਜੋ ਟਾਈਮ ਹੈ ਉਹਨੂੰ ਚੂਜ਼ ਕਰ ਲਈਏ। ਅਸੀਂ ਅਗਰ ਵਾਹਿਗੁਰੂ ਵਾਹਿਗੁਰੂ ਬੈਠੇ ਕਰੀ ਜਾਂਦੇ ਹਾਂ, ਸਾਡਾ ਟਾਈਮ ਤੇ ਉਸ ਤਰ੍ਹਾਂ ਹੀ ਲੰਘਣਾ ਹੈ, ਪਰ ਸਾਡਾ ਉਹ ਸਵੱਛ ਹੋ ਜਾਣੀ, ਸਾਡੀ ਉਹ ਜੀਭ ਸਵੱਛ ਹੋ ਜਾਣੀ, ਸਾਡਾ ਹਿਰਦਾ ਸਵੱਛ ਹੋ ਜਾਣਾ, ਸਾਡਾ ਵਾਤਾਵਰਨ ਸਵੱਛ ਹੋ ਜਾਣਾ, ਸਾਡੀ ਨਜ਼ਰ ਸਵੱਛ ਹੋ ਜਾਣੀ ਹੈ, ਸਾਡੇ ਅੰਦਰ ਜੋ ਮੈਲ ਭਰੀ ਹੋਈ ਉਹ ਦੂਰ ਹੋ ਜਾਣੀ, ਸਾਡੇ ਅੰਦਰ ਜੋ ਕੁੜੱਤਣ ਭਰੀ ਹੋਈ ਹੈ ਉਹ ਖਤਮ ਹੋ ਜਾਣੀ ਹੈ। ਇਹੀ ਉਸ ਗੁਰੂ ਦਾ ਸਾਰ ਹੈ। ਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਹੋਇਆਂ, ਕਥਾ ਕਰਦਿਆਂ ਹੋਇਆਂ ਇਤਨੀ ਮਤ ਨਹੀਂ ਹੈ। ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਪ ਦੇ ਚਰਨਾਂ ਦੀ ਤੂੜੀ ਇਸ ਮਸਤਕ ਤੇ ਲੱਗਦੀ ਰਹੇ। ਆਪ ਦੀ ਅਰਦਾਸ ਸਦਕਾ, ਆਪ ਦੀ ਮਿਹਰ ਸਦਕਾ, ਜੋ ਉਸ ਪਰਮਾਤਮਾ ਅੱਗੇ ਆਪਨੇ ਅਰਦਾਸ ਕਰਨੀ ਹੈ, ਉਹ ਪਰਮਾਤਮਾ ਇਸ ਮਤਹੀਨ ਨੂੰ ਮਤ ਬਖਸ਼ੇ। ਸਾਡਾ ਹਰ ਕਰਮ, ਸਾਡਾ ਹਰ ਚੱਲਿਆ ਹੋਇਆ ਕਦਮ, ਸਾਡੀ ਕਾਰ, ਸਾਡਾ ਹਰ ਬੋਲਿਆ ਹੋਇਆ ਸ਼ਬਦ ਜੋ ਹੈ ਉਹ ਪਵਿੱਤਰ ਹੋਵੇ। ਬਸ ਇਹੀ ਉਸ ਗੁਰੂ ਅੱਗੇ ਦਾਤ ਹੈ। ਇਤਨੀਆਂ ਬੇਨਤੀਆਂ ਕਰਦਿਆਂ ਗਲਤੀ ਕੋਈ ਹੋ ਗਈ ਹੋਵੇ, ਖਿਮਾ ਕਰਨਾ। ਬੇਅੰਤ ਹੋ ਗਈਆਂ ਹੋਣਗੀਆਂ, ਅੱਗੇ ਤੋਂ ਪਰਮਾਤਮਾ ਸਮਤ ਬਖਸ਼ੇ। ਆਪ ਅਰਦਾਸ ਕਰਨੀ। ਅਗਲੇ ਹਫਤੇ ਜੋ ਹੈ ਆਖਰੀ ਸ਼ਲੋਕ ਦੀ ਜੋ ਹੈ ਉਹ ਵਿਆਖਿਆ ਹੋਏਗੀ। ਉਸ ਤੋਂ ਬਾਅਦ ਜੋ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਹਨ, ਕਿਉਂਕਿ ਅਸੀਂ ਹੁਣ ਐਂਡ ਤੇ ਪਹੁੰਚੇ ਹਾਂ, ਹੁਣ ਜੋ ਪਹਿਲਾਂ ਵਿਆਖਿਆ ਹੋਈ ਸੀ ਪਹਿਲੀਆਂ 5 ਬਾਣੀਆਂ, ਪਹਿਲਾਂ 5 ਪੌੜੀਆਂ ਦੀ, ਉਹ ਵਿਆਖਿਆ ਕਰਕੇ ਉਸ ਤੋਂ ਬਾਅਦ ਫਿਰ ਜਾਪ ਸਾਹਿਬ ਦੀ ਵਿਆਖਿਆ ਸ਼ੁਰੂ ਹੋਏਗੀ। ਆਪ ਅਰਦਾਸ ਕਰਨੀ, ਪਰਮਾਤਮਾ ਬਲ ਬਖਸ਼ੇ, ਬੁੱਧ ਬਖਸ਼ੇ, ਇਤਨੀ ਆਪਣੀ ਮਤ ਦੇਵੇ, ਆਪਣਾ ਮੇਰ ਭਰਿਆ ਸਿਰ ਤੇ ਹੱਥ ਰੱਖੇ ਤਾਂ ਕਿ ਦਾਸ ਕਾਰਜ ਕਰ ਸਕੇ। ਇਤਨੀਆਂ ਹੀ ਬੇਨਤੀਆਂ ਪ੍ਰਮਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਜੋ ਲੰਗਰ ਹਾਲ ਦੇ ਵਿੱਚ ਬੈਠੇ ਹਨ ਜਾਂ ਇੱਧਰ ਉੱਧਰ ਜੋ ਵੀ ਸੰਗਤ ਹੈ, ਆ ਜਾਓ ਤਾਂ ਕਿ ਅਸੀਂ ਆਨੰਦ ਸਾਹਿਬ ਦਾ ਪਾਠ ਕਰ ਸਕੀਏ। ਅਰਦਾਸ ਦੇ ਵਿੱਚ ਸ਼ਾਮਲ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।